ਹੈਲੋ ਦੋਸਤੋ, ਇੱਕ ਵਾਰੀ ਫਿਰ ਤੋਂ ਤੁਹਾਡਾ ਮੇਰੇ ਇਸ YouTube ਚੈਨਲ ਤੇ ਸਵਾਗਤ ਹੈ। ਜੇਕਰ ਤੁਸੀਂ ਵੀ ETT ਪੇਪਰ ਸੈਕਿੰਡ ਦੀ ਤਿਆਰੀ ਕਰ ਰਹੇ ਹੋ, ਜੋ 6635 ਵੈਕੈਂਸੀਆਂ ਨੇ, ਸਭ ਨੂੰ ਪਤਾ ਹੈ ਕਿ ਉਸ ਦਾ ਪੇਪਰ ਜੋ ਹੈ 17/10/2021 ਨੂੰ ਹੋਏਗਾ। ਸੋ ਜੇਕਰ ਤੁਸੀਂ ਉਸ ਦੀ ਤਿਆਰੀ ਕਰ ਰਹੇ ਹੋ ਤਾਂ ਇਸ ਵੀਡੀਓ ਦੇ ਵਿੱਚ ਮੈਥ ਦਾ ਟੌਪਿਕ ਜੋ ਹੈ ਉਹ ਕਵਰ ਕਰਵਾਇਆ ਜਾਏਗਾ। ਮੈਥ ਦੇ ਸਿਲੇਬਸ ਦੇ ਵਿੱਚ ਟੌਪਿਕ ਹੈ ਚੱਕਰ, ਜਿਸ ਨੂੰ ਇੰਗਲਿਸ਼ ਵਿੱਚ ਕੀ ਕਹਿੰਦੇ ਆ, ਸਰਕਲ। ਇਹ ਇਸ ਦਾ ਫਸਟ ਪਾਰਟ ਹੈ। ਇਸ ਫਸਟ ਪਾਰਟ ਨੂੰ ਕਵਰ ਕਰਾਉਣ ਲਈ ਕਲਾਸ 9th ਔਰ ਉਸ ਦਾ ਚੈਪਟਰ ਜੋ ਹੈ ਉਹ 10th ਹੈ। ਇਸ ਨੂੰ ਬੇਸ ਬਣਾਇਆ ਗਿਆ। ਸੋ ਇਸ ਵੀਡੀਓ ਦੇ ਵਿੱਚ ਆਪਾਂ ਚੱਕਰ ਦੇ ਬਾਰੇ, ਸਰਕਲ ਦੇ ਬਾਰੇ ਡਿਸਕਸ ਕਰਾਂਗੇ। ਜੋ ਇਸ ਦੀਆਂ ਬੇਸਿਕ ਧਾਰਨਾਵਾਂ ਨੇ, ਬੇਸਿਕ ਥਿਊਰਮਸ ਨੇ, ਉਹਨਾਂ ਨੂੰ ਡਿਸਕਸ ਕਰਾਂਗੇ ਤਾਂ ਕਿ ਚੱਕਰ ਨੂੰ ਲੈ ਕੇ ਤੁਹਾਡਾ ਬੇਸਿਕ ਕਲੀਅਰ ਹੋ ਜਾਏ। ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਣਾ। ਵੀਡੀਓ ਨੂੰ ਲਾਈਕ ਕਰਨਾ ਔਰ ਸ਼ੇਅਰ ਕਰਨਾ, ਔਰ ਅਗਰ ਤੁਸੀਂ ਚੈਨਲ ਨਾਲ ਨਵੇਂ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਨਾਲ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਨੂੰ ਜ਼ਰੂਰ ਦਬਾਓ ਤਾਂ ਕਿ ਮੇਰੀਆਂ ਆਉਣ ਵਾਲੀਆਂ ਹਰ ਸਟੱਡੀ ਰਿਲੇਟਡ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ ਤਾਂ ਤੁਸੀਂ ਉਸ ਵੀਡੀਓ ਨੂੰ ਦੇਖ ਸਕੋ। ਸੋ ਇਸ ਚੈਪਟਰ ਦੇ ਵਿੱਚ ਆਪਾਂ ਜੋ ਹੈ ਚੱਕਰ, ਸਰਕਲ ਹੈ, ਇਸ ਚੈਪਟਰ ਦੇ ਵਿੱਚ ਆਪਾਂ ਚੱਕਰ ਨਾਲ ਸੰਬੰਧਿਤ ਜੋ ਵੀ ਟਰਮਸ ਨੇ, ਜਿਨ੍ਹਾਂ ਨੂੰ ਪਦ ਕਹਿੰਦੇ ਆ, ਅਤੇ ਚੱਕਰ ਦੇ ਕੁਝ ਗੁਣਾਂ ਬਾਰੇ, ਜੋ ਉਸਦੀਆਂ ਕਰੈਕਟਰਿਸਟਿਕਸ ਨੇ, ਉਹਨਾਂ ਦੇ ਬਾਰੇ ਕੀ ਹੈ ਅਧਿਐਨ ਕਰਾਂਗੇ। ਉਹਨਾਂ ਦੇ ਬਾਰੇ ਜਾਣਾਂਗੇ ਕਿ ਕੀ ਹੁੰਦਾ ਹੈ ਚੱਕਰ, ਇਸ ਦੇ ਕੀ ਕੀ ਗੁਣ ਨੇ, ਕੀ ਕੀ ਵਿਸ਼ੇਸ਼ਤਾਵਾਂ ਨੇ, ਚੱਕਰ ਦਾ ਸਰਕਲ ਕੀ ਹੁੰਦਾ ਹੈ, ਚੱਕਰ ਦਾ ਕੀ ਹੁੰਦਾ ਹੈ, ਚੱਕਰੀ ਖੇਤਰ ਕੀ ਹੁੰਦਾ ਹੈ, ਚੱਕਰ ਦਾ ਬਾਹਰੀ ਭਾਗ ਕੀ ਹੁੰਦਾ ਹੈ, ਅੰਦਰੂਨੀ ਭਾਗ ਕੀ ਹੁੰਦਾ ਹੈ, ਚੱਕਰ ਦਾ ਕੇਂਦਰ ਕੀ ਹੁੰਦਾ ਹੈ, ਚੱਕਰ ਦਾ ਅਰਧ ਵਿਆਸ ਕੀ ਹੁੰਦਾ ਹੈ, ਠੀਕ ਹੈ, ਚੱਕਰ ਕਿਸ ਨੂੰ ਕਹਿੰਦੇ ਆ। ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਜਾਣਾਂਗੇ। ਨਾਲ ਹੀ ਇਸ ਨਾਲ ਰਿਲੇਟਿਡ ਜੋ ਕੁਐਸਚਨ ਹੋਣਗੇ ਉਹ ਵੀ ਕਰਾਂਗੇ। ਸੋ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਦੇਖਦੇ ਹਾਂ ਚੱਕਰ ਕੀ ਹੈ, ਇੱਕ ਸਰਕਲ ਕੀ ਚੀਜ਼ ਹੈ। ਚੱਕਰ ਕੀ ਹੈ? ਇੱਕ ਤਲ ਤੇ ਉਹਨਾਂ ਸਾਰੇ ਬਿੰਦੂਆਂ ਦਾ ਸਮੂਹ ਹੈ। ਇੱਕ ਤਲ ਤੇ ਉਹਨਾਂ ਸਾਰੇ ਬਿੰਦੂਆਂ ਦਾ ਸਮੂਹ ਹੈ ਜੋ ਤਲ ਦੇ ਇੱਕ ਸਥਿਰ ਬਿੰਦੂ ਤੋਂ ਇੱਕ ਸਥਿਰ ਦੂਰੀ ਤੇ ਹੋਣ। ਕੀ ਹੈ? ਇੱਕ ਤਲ ਤੇ ਉਹ ਸਾਰੇ ਬਿੰਦੂਆਂ ਦਾ ਸਮੂਹ। ਫੋਰ ਐਗਜ਼ਾਮਪਲ ਇਹ ਕੀ ਨੇ? ਸਾਰੇ ਬਿੰਦੂ ਨੇ। ਇਹਨਾਂ ਬਿੰਦੂਆਂ ਦਾ ਸਮੂਹ ਹੈ ਜੋ ਕੀ ਹੈ, ਇੱਕ ਪੁਆਇੰਟ ਤੋਂ, ਮਿਡ ਪੁਆਇੰਟ ਤੋਂ ਸਥਿਰ ਦੂਰੀ 'ਤੇ ਨੇ। ਇੱਕ ਸਥਿਰ ਬਿੰਦੂ ਤੋਂ ਸਥਿਰ ਦੂਰੀ 'ਤੇ ਨੇ, ਮਤਲਬ ਇੱਕ ਬਰਾਬਰ ਦੂਰੀ 'ਤੇ ਨੇ। ਉਹਨੂੰ ਕੀ ਕਹਿੰਦੇ ਆ? ਚੱਕਰ ਕਹਿੰਦੇ ਆ। ਠੀਕ ਹੈ, ਇਹ ਕੀ ਆ? ਚੱਕਰ ਹੈ। ਠੀਕ ਹੈ, ਇਹ ਕੀ ਹੈ? ਚੱਕਰ ਹੈ। ਠੀਕ ਹੈ, ਜੋ ਇਹ ਸਥਿਰ ਬਿੰਦੂ ਹੈ ਇਹ ਕੀ ਕਹਾਉਂਦਾ? ਚੱਕਰ ਦਾ ਕੇਂਦਰ। ਠੀਕ ਹੈ, ਸੈਂਟਰ ਆਫ ਸਰਕਲ ਕਹਾਉਂਦਾ। ਠੀਕ ਹੈ, ਇਸ ਨੂੰ ਸੈਂਟਰ ਕਹਿੰਦੇ ਆ ਚੱਕਰ ਦਾ। ਓਕੇ, ਸਥਿਰ ਦੂਰੀ ਤੋਂ ਚੱਕਰ ਦਾ ਅਰਧ ਵਿਆਸ। ਇਹ ਕੀ ਹੈ? ਸਥਿਰ ਦੂਰੀ ਤੋਂ ਇੱਕ ਲਾਈਨ ਖਿੱਚੀਏ, ਮਤਲਬ ਚੱਕਰ ਦੇ ਜੋ ਸੈਂਟਰ ਤੋਂ ਹੈ ਇੱਕ ਲਾਈਨ ਖਿੱਚੀਏ, ਚਾਹੇ ਉਹ ਇੱਧਰ ਖਿੱਚ ਲਈਏ, ਚਾਹੇ ਇੱਥੇ ਖਿੱਚ ਲਈਏ, ਚਾਹੇ ਇੱਥੇ ਖਿੱਚ ਲਈਏ, ਕਿਤੇ ਵੀ ਖਿੱਚ ਸਕਦੇ ਹੋ ਤੁਸੀਂ। ਉਹ ਕੀ ਹੈ? ਇਸ ਦਾ ਅਰਧ ਵਿਆਸ ਹੈ। ਠੀਕ ਹੈ, ਅਰਧ ਵਿਆਸ ਨੂੰ ਆਪਾਂ ਦੋ ਚੀਜ਼ਾਂ ਦੇ ਵਿੱਚ ਲੈ ਕੇ ਇਸ ਦਾ ਪ੍ਰਯੋਗ ਕੀਤਾ ਜਾਂਦਾ ਹੈ। ਅਰਧ ਵਿਆਸ ਨੂੰ ਆਪਾਂ ਜਾਂ ਤਾਂ ਰੇਖਾ ਖੰਡ ਕਹਿੰਦੇ ਹਾਂ, ਰੇਖਾ ਖੰਡ ਦੇ ਰੂਪ ਵਿੱਚ ਉਸ ਦਾ ਵਰਤੋਂ ਕਰਦੇ ਹਾਂ, ਜਾਂ ਇਸ ਨੂੰ ਲੰਬਾਈ ਦੇ ਰੂਪ ਵਿੱਚ, ਇਸ ਨੂੰ ਲੈਂਥ ਦੇ ਰੂਪ ਵਿੱਚ ਕੀ ਹੈ ਵਰਤੋਂ ਕਰਦੇ ਹਾਂ। ਫੋਰ ਐਗਜ਼ਾਮਪਲ ਇਹ ਚੱਕਰ ਦਾ ਮਿਡ ਪੁਆਇੰਟ ਉਹ ਹੈ, ਇਹ ਕੀ ਹੈ? ਅਰਧ ਵਿਆਸ ਹੈ। OP ਕੀ ਹੈ? ਇਸ ਦਾ ਚੱਕਰ ਦਾ ਅਰਧ ਵਿਆਸ ਹੈ। ਇਸ ਨੂੰ ਆਪਾਂ ਇੱਕ ਰੇਖਾ ਖੰਡ ਵੀ ਕਹਿ ਸਕਦੇ ਹਾਂ। ਇਸ ਦੀ ਲੈਂਥ ਵੀ ਜੋ ਹੋਏਗੀ ਉਸ ਨੂੰ ਲੈ ਕੇ ਵੀ ਕੀ ਹੈ ਕੁਐਸਚਨ ਸੋਲਵ ਕਰ ਸਕਦੇ ਹਾਂ। ਜਦੋਂ ਇਸ ਦੇ ਬਾਰੇ ਕੁਐਸਚਨ ਕਰਾਂਗੇ ਉਦੋਂ ਆਪਾਂ ਦੇਖਾਂਗੇ ਕਿ ਕਿਵੇਂ ਇਸ ਨੂੰ ਲੈ ਕੇ ਸੋਲਵ ਕੀਤਾ ਜਾਂਦਾ ਹੈ। ਸੋ ਇਸ ਤੋਂ ਇਲਾਵਾ ਇੱਕ ਚੱਕਰ ਉਸ ਤਲ ਨੂੰ ਜਿਸ ਵਿੱਚ ਉਹ ਸਥਿਤ ਹੈ 3 ਭਾਗਾਂ ਵਿੱਚ ਵੰਡਦਾ ਹੈ। ਠੀਕ ਹੈ, ਚੱਕਰ ਜੋ ਹੈ ਉਹ 3 ਭਾਗਾਂ ਦੇ ਵਿੱਚ ਵੰਡਦਾ ਹੈ। ਇਹ ਵਾਲਾ ਚੱਕਰ ਦਾ ਅੰਦਰੂਨੀ ਭਾਗ ਹੈ। ਇਹ ਚੱਕਰ ਦਾ ਅੰਦਰੂਨੀ ਭਾਗ ਹੈ। ਠੀਕ ਹੈ, ਇਸ ਨੂੰ ਐੜੇ ਨਾਲ ਮੈਂ ਨੋਟ ਕਰ ਰਿਹਾ, ਮਤਲਬ ਐੜਾ ਮਤਲਬ ਅੰਦਰੂਨੀ ਭਾਗ। ਠੀਕ ਹੈ, ਇਨਰ ਪਾਰਟ। ਠੀਕ ਹੈ, ਇੱਕ ਜੋ ਹੈ ਇਹ ਸਰਕਲ ਹੈ, ਜੋ ਲਾਈਨ ਹੈ ਇਹ ਵਾਲੀ, ਇਹ ਕੀ ਹੈ? ਚੱਕਰ ਦੇ ਉੱਤੇ ਵਾਲੀ ਲਾਈਨ ਹੈ। ਠੀਕ ਹੈ, ਇਹ ਕੀ ਹੈ? ਚੱਕਰ ਦਾ ਉੱਪਰਲਾ ਭਾਗ ਹੈ, ਜਾਂ ਚੱਕਰ ਹੀ ਕਹਿ ਲਓ। ਠੀਕ ਹੈ, ਚੱਕਰ ਤੇ ਮਤਲਬ ਚੱਕਰ ਦੇ ਉੱਤੇ। ਠੀਕ ਹੈ, ਇਸ ਤੋਂ ਇਲਾਵਾ ਚੱਕਰ ਦਾ ਬਾਹਰੀ ਭਾਗ ਹੈ, ਆਹ ਵਾਲਾ ਬਾਹਰੀ ਭਾਗ ਹੈ। ਠੀਕ ਹੈ, ਇਹ ਚੱਕਰ ਦਾ ਬਾਹਰੀ ਭਾਗ ਹੈ। ਸੋ ਇਸ ਤੋਂ ਪਤਾ ਲੱਗਦਾ ਹੈ ਕਿ ਚੱਕਰ ਦੇ 3 ਭਾਗ ਹੁੰਦੇ ਨੇ, ਇੱਕ ਅੰਦਰ ਵਾਲਾ ਪਾਰਟ, ਇੱਕ ਬਾਹਰ ਵਾਲਾ, ਔਰ ਇੱਕ ਚੱਕਰ ਦੀ ਜੋ ਲਾਈਨ ਹੈ ਉਸ ਦੇ ਉੱਤੇ
ਕੋਈ ਵੀ ਪੁਆਇੰਟ ਹੋ ਸਕਦਾ। ਫੋਰ ਐਗਜ਼ਾਮਪਲ ਇੱਥੇ ਕੋਈ ਪੁਆਇੰਟ ਲੈ ਲਿਆ ਆਪਾਂ, ਇਹ ਪੁਆਇੰਟ ਹੈ, ਇਹ P ਜੋ ਹੈ ਇਹ ਚੱਕਰ ਦੇ ਉੱਪਰ ਹੈ, ਠੀਕ ਹੈ। ਐਵੇਂ ਇੱਥੇ ਪੁਆਇੰਟ ਲੈ ਲਿਆ ਤਾਂ ਇਹ Q ਕੀ ਹੈ, ਇਹ ਚੱਕਰ ਦੇ ਉੱਤੇ ਪੁਆਇੰਟ ਹੈ, ਠੀਕ ਹੈ। ਸੈਂਟਰ ਜੋ ਹੈ ਚੱਕਰ ਦਾ ਉਹ ਹੈ, ਉਹ ਚੱਕਰ ਦੇ ਹਮੇਸ਼ਾ ਅੰਦਰਲੇ ਭਾਗ ਦੇ ਵਿੱਚ ਹੋਏਗਾ, ਠੀਕ ਹੈ। ਬਾਹਰਲੇ ਭਾਗ ਦੇ ਵਿੱਚ ਤੁਸੀਂ A ਪੁਆਇੰਟ ਲਿਖ ਲਓ ਜਾਂ B ਲਿਖ ਲਓ, ਇਹ ਚੱਕਰ ਦੇ ਬਾਹਰ ਨੇ, ਠੀਕ ਹੈ। ਚੱਕਰ ਅਤੇ ਚੱਕਰ ਦਾ ਅੰਦਰਲਾ ਭਾਗ ਮਿਲ ਕੇ, ਚੱਕਰ ਅਤੇ ਚੱਕਰ ਦਾ ਅੰਦਰਲਾ ਭਾਗ, ਚੱਕਰ ਮਤਲਬ ਚੱਕਰ ਵਾਲੀ ਲਾਈਨ ਤੇ ਅੰਦਰਲਾ ਭਾਗ ਇਹ ਵਾਲਾ, ਇਹ ਮਿਲ ਕੇ ਕੀ ਬਣਾਉਂਦੇ ਆ, ਚੱਕਰੀ ਖੇਤਰ ਬਣਾਉਂਦੇ ਆ, ਸਰਕੂਲਰ ਰੀਜਨ ਬਣਾਉਂਦੇ ਆ, ਠੀਕ ਹੈ। ਅਗਰ ਤੁਹਾਨੂੰ ਕੁਐਸਚਨ ਦੇ ਵਿੱਚ ਲਿਖਿਆ ਆ ਜਾਏ ਕਿ ਕਥਨ ਦੱਸੋ ਇਹ ਸੱਚ ਹੈ ਜਾਂ ਨਹੀਂ, ਕਿ ਚੱਕਰ ਅਤੇ ਚੱਕਰ ਦਾ ਅੰਦਰਲਾ ਭਾਗ ਮਿਲ ਕੇ ਚੱਕਰੀ ਖੇਤਰ ਨਹੀਂ ਬਣਾਉਂਦੇ, ਤਾਂ ਤੁਸੀਂ ਕਹੋਗੇ ਕਿ ਇਹ ਸਟੇਟਮੈਂਟ ਰੋਂਗ ਹੈ, ਕਿਉਂਕਿ ਚੱਕਰ ਅਤੇ ਚੱਕਰ ਦਾ ਅੰਦਰਲਾ ਭਾਗ ਮਿਲ ਕੇ ਕੀ ਬਣਾਉਂਦੇ ਆ, ਚੱਕਰੀ ਖੇਤਰ ਬਣਾਉਂਦੇ ਆ, ਸਰਕੂਲਰ ਰੀਜਨ ਬਣਾਉਂਦੇ ਆ, ਠੀਕ ਹੈ। ਇਸ ਤੋਂ ਇਲਾਵਾ ਚੱਕਰ ਦੇ ਕੁਝ ਹੋਰ ਜੋ ਹੈ ਪਾਰਟ ਹੁੰਦੇ ਆ, ਉਹ ਵੀ ਆਪਾਂ ਦੇਖਦੇ ਹਾਂ। ਇੱਕ ਚੱਕਰ ਉੱਤੇ ਦੋ ਬਿੰਦੂ ਜੇਕਰ P ਅਤੇ Q ਲਈਏ, ਇੱਕ ਚੱਕਰ ਹੈ, ਇਸ ਦੇ ਉੱਪਰ ਆਪਾਂ ਦੋ ਬਿੰਦੂ ਲੈ ਲਏ, ਇੱਕ P ਹੈ ਇਹ ਵਾਲਾ ਔਰ ਇੱਕ Q ਹੈ, ਠੀਕ ਹੈ। ਤਾਂ ਇਹ ਰੇਖਾ ਖੰਡ ਕੀ ਹੈ, PQ ਕੀ ਹੈ, ਇੱਕ ਜੀਵਾ ਹੈ, ਕੋਡ ਹੈ ਚੱਕਰ ਦੀ, ਠੀਕ ਹੈ। ਇਹ ਕੀ ਹੈ, ਇੱਕ ਕੋਡ ਹੈ ਉਸ ਜੀਵਾ ਨੂੰ ਜਿਹੜੀ ਚੱਕਰ ਦੇ ਕੇਂਦਰ ਦੇ ਵਿੱਚੋਂ ਲੰਘਦੀ ਹੈ। ਇਹ ਮਿਡ ਪੁਆਇੰਟ ਹੈ ਨਾ ਚੱਕਰ ਦਾ, ਉਹ ਵਾਲਾ ਇਹਦੇ ਮਿਡ ਦੇ ਵਿੱਚੋਂ ਲੰਘ ਰਹੀ ਹੈ, ਤਾਂ ਇਹ ਚੱਕਰ ਦਾ ਕੀ ਹੈ, ਵਿਆਸ ਹੈ। ਇਹ ਚੱਕਰ ਦਾ ਕੀ ਹੈ, ਵਿਆਸ ਹੈ, AOB, AB ਚੱਕਰ ਦਾ ਕੀ ਹੈ, ਵਿਆਸ ਹੈ, ਠੀਕ ਹੈ। ਅਰਧ ਵਿਆਸ ਦੀ ਤਰ੍ਹਾਂ ਵਿਆਸ ਨੂੰ ਵੀ ਆਪਾਂ ਦੋ ਭਾਗਾਂ ਦੇ ਵਿੱਚ, ਦੋ ਅਰਥਾਂ ਦੇ ਵਿੱਚ ਪ੍ਰਯੋਗ ਕਰ ਸਕਦੇ ਹਾਂ, ਇੱਕ ਰੇਖਾ ਖੰਡ ਦੇ ਰੂਪ ਵਿੱਚ, ਇੱਕ ਇਸ ਦੀ ਲੈਂਥ ਦੇ ਰੂਪ ਵਿੱਚ। ਜਦੋਂ ਚੱਕਰ ਦੇ ਵਿਆਸ ਨੂੰ ਆਪਾਂ ਦੋ ਨਾਲ ਕੀ ਹੈ ਡਿਵਾਈਡ ਕਰਦੇ ਹਾਂ, ਤਾਂ ਆਪਾਂ ਨੂੰ ਕੀ ਮਿਲਦਾ ਹੈ, ਅਰਧ ਵਿਆਸ ਮਿਲਦਾ, ਠੀਕ ਹੈ। ਜਦੋਂ ਵੀ ਚੱਕਰ ਦੇ ਵਿਆਸ ਨੂੰ ਦੋ ਨਾਲ ਭਾਗ ਕੀਤਾ ਜਾਂਦਾ ਹੈ ਤਾਂ ਚੱਕਰ ਦਾ ਅਰਧ ਵਿਆਸ ਮਿਲਦਾ, ਠੀਕ ਹੈ। ਵਿਆਸ ਜੋ ਹੈ, ਚੱਕਰ ਦਾ ਵਿਆਸ ਜੋ ਹੈ, ਉਹ ਸਭ ਤੋਂ ਵੱਡੀ ਜੀਵਾ ਹੁੰਦੀ ਹੈ, ਸਭ ਤੋਂ ਲੰਬੀ ਜੀਵਾ, ਸਭ ਤੋਂ ਲੰਬੀ ਕੋਡ ਜੋ ਹੁੰਦੀ ਹੈ ਉਹ ਚੱਕਰ ਦਾ ਵਿਆਸ ਹੁੰਦੀ ਹੈ। ਇਸ ਤੋਂ ਇਲਾਵਾ ਬਾਕੀ ਕੋਈ ਵੀ ਜੀਵਾ ਹੋਏਗੀ ਉਹ ਛੋਟੀ ਹੋਏਗੀ ਵਿਆਸ ਤੋਂ, ਠੀਕ ਹੈ। ਚੱਕਰ ਦਾ ਜੋ ਵਿਆਸ ਹੁੰਦਾ ਹੈ ਉਹ ਅਰਧ ਵਿਆਸ ਦਾ ਦੁੱਗਣਾ ਹੁੰਦਾ ਹੈ, ਇਹ ਵੀ ਯਾਦ ਰੱਖ ਲਿਓ, ਠੀਕ ਹੈ। ਇਸ ਤੋਂ ਇਲਾਵਾ ਇੱਕ ਚੱਕਰ ਹੈ, ਇਸ ਤੇ ਆਪਾਂ ਦੋ ਪੁਆਇੰਟ ਲੈ ਲਏ, ਇੱਕ ਇਹ ਪੁਆਇੰਟ ਹੈ P, ਇੱਕ ਇਹ ਪੁਆਇੰਟ ਹੈ Q, ਠੀਕ ਹੈ। ਦੋ ਬਿੰਦੂਆਂ ਦੇ ਵਿੱਚ ਦੇ ਚੱਕਰ ਦੇ ਭਾਗ ਨੂੰ ਕੀ ਕਹਿੰਦੇ ਆ, ਇਹ ਚੱਕਰ ਦੀ ਕੀ ਹੈ, ਆਰਕ ਬਣ ਗਈ, ਚਾਪ ਜਿਸ ਨੂੰ ਕਹਿੰਦੇ ਆ, ਇਹ ਕੀ ਹੈ, ਚੱਕਰ ਦੀ ਆਰਕ ਹੈ। ਦੋ ਆਰਕ ਬਣਦੀਆਂ, ਇੱਕ ਇਹ ਵਾਲੀ ਆਰਕ ਬਣ ਰਹੀ ਹੈ, ਇੱਕ ਉੱਪਰ ਵੱਲ ਨੂੰ ਆਰਕ ਬਣ ਰਹੀ ਹੈ, ਇਹ ਵਾਲੀ, ਠੀਕ ਹੈ। ਇੱਕ ਲਘੂ ਆਰਕ ਹੈ, ਇੱਕ ਦੀਰਘ ਆਰਕ ਹੈ, ਠੀਕ ਹੈ। ਇੱਕ ਕੀ ਹੈ, ਲਘੂ ਆਰਕ ਹੈ, ਇੱਕ ਦੀਰਘ ਆਰਕ ਹੈ। ਲਘੂ ਆਰਕ ਇਹ ਵਾਲੀ ਹੈ, ਠੀਕ ਹੈ, ਦੀਰਘ ਆਰਕ ਇਹ ਵਾਲੀ ਹੈ, ਓਕੇ। ਸੋ ਦੋ ਆਰਕ ਬਣਦੀਆਂ, ਜਦੋਂ ਵੀ ਇਹ ਦੋ ਪੁਆਇੰਟ ਆਪਾਂ ਨੋਟ ਕਰਦੇ ਹਾਂ PQ, ਤਾਂ ਇੱਕ ਲਘੂ ਆਰਕ ਬਣੇਗੀ ਔਰ ਇੱਕ ਦੀਰਘ ਆਰਕ ਬਣੇਗੀ, ਠੀਕ ਹੈ। ਜੇਕਰ P ਅਤੇ Q ਇੱਕ ਵਿਆਸ ਦੇ ਸਿਰੇ ਹੋਣ ਤਾਂ ਦੋਵੇਂ ਚਾਪ ਬਰਾਬਰ ਹੁੰਦੇ ਹਨ ਅਤੇ ਹਰੇਕ ਚਾਪ ਨੂੰ ਕੀ ਹੈ, ਅਰਧ ਚੱਕਰ ਕਿਹਾ ਜਾਂਦਾ ਹੈ। ਫੋਰ ਐਗਜ਼ਾਮਪਲ, ਜੇਕਰ ਇਹ ਚੱਕਰ ਹੈ ਔਰ ਇਹ ਪੁਆਇੰਟ ਜੋ ਹੈ P ਹੈ ਔਰ ਇਹ ਪੁਆਇੰਟ Q ਹੈ, ਠੀਕ ਹੈ। ਇਹਦੇ ਵਿੱਚ ਕੀ ਹੋਏ ਕਿ ਇਹ ਦੋਵੇਂ ਵਿਆਸ ਦੇ ਸਿਰੇ ਹੋਣ। ਵਿਆਸ ਤਾਂ ਆਪਾਂ ਨੂੰ ਪਤਾ ਹੈ ਕਿ ਚੱਕਰ ਨੂੰ ਦੋ ਬਰਾਬਰ ਭਾਗਾਂ ਦੇ ਵਿੱਚ ਵੰਡਦਾ ਹੈ, ਠੀਕ ਹੈ। ਸੋ ਇਸ ਨਾਲ ਕੀ ਹੋਏਗਾ, ਇਹ ਆਰਕ ਕੀ ਹੋਏਗੀ, ਇਹ ਦੋ ਬਰਾਬਰ ਭਾਗਾਂ ਦੇ ਵਿੱਚ ਵੰਡੇਗੀ ਔਰ ਦੋਵੇਂ ਆਰਕ ਕੀ ਹੋਣਗੇ, ਬਰਾਬਰ ਹੋਣਗੇ, ਠੀਕ ਹੈ। ਹਰੇਕ ਚਾਪ ਨੂੰ ਆਪਾਂ ਅਰਧ ਚੱਕਰ ਕਹਾਂਗੇ, ਸੈਮੀ ਸਰਕਲ ਕਹਾਂਗੇ, ਜੇਕਰ ਇਹ ਆਰਕ ਜੋ ਹੈ ਸਰਕਲ ਦੇ ਮਿਡ ਦੇ ਵਿੱਚ ਹੋਏਗੀ, ਠੀਕ ਹੈ, ਸਰਕਲ ਦੇ ਮਿਡ ਦੇ ਵਿੱਚ ਹੋਏਗੀ ਤਾਂ, ਠੀਕ ਹੈ। ਇਸ ਤੋਂ ਇਲਾਵਾ ਪੂਰੇ ਚੱਕਰ ਦੀ ਲੰਬਾਈ ਨੂੰ ਉਸ ਦਾ ਪਰਿਮਾਪ ਕਿਹਾ ਜਾਂਦਾ ਹੈ। ਇਹ ਸਭ ਨੂੰ ਪਤਾ ਹੈ ਕਿ ਪੂਰੇ ਚੱਕਰ ਦੀ ਲੰਬਾਈ ਨੂੰ ਉਸ ਦਾ ਪਰਿਮਾਪ ਕਹਿੰਦੇ ਆ। ਫੋਰ ਐਗਜ਼ਾਮਪਲ, ਜਿਵੇਂ ਟ੍ਰਾਇੰਗਲ ਦੀ ਆਹ ਵਾਲੀ ਲੰਬਾਈ ਹੈ, ਇਸ ਨੂੰ ਆਪਾਂ ਕੀ ਕਹਿੰਦੇ ਆ, ਪਰਿਮਾਪ ਕਹਿੰਦੇ ਆ। ਇਹਨਾਂ ਦਾ ਜੋੜ ਕਰਦੇ ਆ ਜਦੋਂ ਆਪਾਂ, AB + BC + CA, ਇਹ ਕੀ ਹੈ, ਚੱਕਰ ਦਾ, ਇਹ ਕੀ ਹੈ, ਟ੍ਰਾਇੰਗਲ ਦਾ ਪਰਿਮਾਪ ਹੈ। ਇੱਦਾਂ ਹੀ ਚੱਕਰ ਦਾ ਪਰਿਮਾਪ ਕੀ ਹੋਏਗਾ, ਚੱਕਰ ਦਾ ਪਰਿਮਾਪ ਇਹੀ ਹੋਏਗਾ ਨਾ, ਇਹ ਵਾਲਾ, ਠੀਕ ਹੈ। ਇਸ ਨੂੰ ਕੀ ਕਹਿੰਦੇ ਆ, ਚੱਕਰ ਦਾ ਪਰਿਮਾਪ ਕਹਿੰਦੇ ਆ। ਜੀਵਾ ਅਤੇ ਹਰੇਕ ਚਾਪ ਦੇ ਵਿਚਲੇ ਖੇਤਰ ਨੂੰ ਕੀ ਕਹਿੰਦੇ ਆ, ਚੱਕਰੀ ਖੰਡ ਕਹਿੰਦੇ ਆ, ਠੀਕ ਹੈ। ਸਰਲ ਸ਼ਬਦਾਂ ਵਿੱਚ ਆਪਾਂ ਉਸ ਨੂੰ ਚੱਕਰ ਖੰਡ ਵੀ ਲਿਖਦੇ ਹਾਂ।
ਫੋਰ ਐਗਜ਼ਾਮਪਲ ਚੱਕਰੀ ਖੰਡ ਕਿਹੜਾ ਹੁੰਦਾ ਹੈ? ਕੀ ਕਿਹਾ ਗਿਆ ਕਿ ਪੂਰੇ ਚੱਕਰ ਦੀ ਲੰਬਾਈ ਨੂੰ ਉਸ ਦਾ ਪਰਿਮਾਪ ਕਹਿੰਦੇ ਆ। ਇਸ ਤੋਂ ਇਲਾਵਾ ਜੀਵਾ ਅਤੇ ਹਰੇਕ ਚਾਪ ਦੇ ਵਿਚਾਲੇ ਜੀਵਾ, ਫੋਰ ਐਗਜ਼ਾਮਪਲ ਇੱਕ ਆਪਾਂ ਕੋਡ ਖਿੱਚ ਲਈ ਹੈ PQ, ਠੀਕ ਹੈ। ਇਹ ਕੀ ਕਰਦਾ ਹੈ? ਚੱਕਰ ਨੂੰ ਦੋ ਭਾਗਾਂ ਦੇ ਵਿੱਚ ਵੰਡਦਾ ਹੈ, ਦੋ ਚੱਕਰ ਖੰਡਾਂ ਦੇ ਵਿੱਚ ਵੰਡਦਾ ਹੈ। ਕਿਹੜਾ ਚੱਕਰ ਖੰਡ ਬਣ ਰਿਹਾ? ਇੱਕ ਇਹ ਵਾਲਾ ਔਰ ਇੱਕ ਇਹ ਵਾਲਾ, ਠੀਕ ਹੈ। ਦੋ ਚੱਕਰ ਖੰਡ ਬਣ ਰਿਹਾ। ਇਹ ਵਾਲਾ ਜੋ ਚੱਕਰ ਖੰਡ ਹੈ ਇਹ ਕੀ ਹੈ? ਲਘੂ ਚੱਕਰ ਖੰਡ ਹੈ। ਲਘੂ, ਇਹ ਕੀ ਹੈ? ਦੀਰਘ ਹੈ, ਕਿਉਂਕਿ ਇਹ ਵੱਡਾ ਹੈ ਤਾਂ ਦੀਰਘ ਹੈ। ਇਹ ਕੀ ਹੈ? ਲਘੂ ਹੈ ਤਾਂ ਛੋਟਾ ਹੈ। ਓਕੇ, ਇਹ ਕੀ ਹੈ? ਮਤਲਬ ਜਦੋਂ ਵੀ ਆਪਾਂ ਚੱਕਰ ਦੇ ਵਿੱਚ ਕੋਈ ਵੀ ਜੀਵਾ ਖਿੱਚਦੇ ਹਾਂ ਤਾਂ ਉਸ ਨੂੰ ਦੋ ਚੱਕਰ ਖੰਡਾਂ ਦੇ ਵਿੱਚ ਵੰਡਦੀ ਹੈ। ਦੀਰਘ ਚੱਕਰ ਖੰਡ ਨੂੰ ਕੀ ਕਹਿੰਦੇ ਆ? ਮੇਜਰ ਸੈਗਮੈਂਟ ਕਹਿੰਦੇ ਆ, ਔਰ ਲਘੂ ਚੱਕਰ ਖੰਡ ਨੂੰ ਕੀ ਕਹਿੰਦੇ ਆ? ਮਾਈਨਰ ਸੈਗਮੈਂਟ ਕਹਿੰਦੇ ਆ, ਠੀਕ ਹੈ। ਇਸ ਤੋਂ ਇਲਾਵਾ ਕੇਂਦਰ ਨੂੰ ਇੱਕ ਚਾਪ ਦੇ ਸਿਰਿਆਂ ਨਾਲ ਜਦੋਂ ਆਪਾਂ ਮਿਲਾਉਂਦੇ ਹਾਂ ਤਾਂ ਅਰਧ ਵਿਆਸ ਦੇ ਚਾਪ ਵਾਲੇ ਵਿੱਚ ਖੇਤਰ ਨੂੰ ਜੋ ਬਣਦਾ ਹੈ ਉਸ ਨੂੰ ਕੀ ਕਹਿੰਦੇ ਆ? ਅਰਧਵਿਆਸੀ ਖੰਡ। ਅਰਧਵਿਆਸੀ ਖੰਡ ਕੀ ਹੁੰਦਾ ਉਹ ਆਪਾਂ ਡਰੋ ਕਰਦੇ ਹਾਂ। ਫੋਰ ਐਗਜ਼ਾਮਪਲ ਇਹ ਚੱਕਰ ਹੈ, ਚਾਪ ਮਤਲਬ ਉਸ ਦੀ ਆਰਕ, ਇਹ P ਔਰ Q ਕੀ ਹੈ? ਆਰਕ ਹੈ। O ਕੀ ਹੈ? ਇਸ ਦਾ ਮਿਡ ਪੁਆਇੰਟ ਹੈ, ਠੀਕ ਹੈ। ਇਹ ਕੀ ਹੈ? ਇਸ ਦਾ ਮਿਡ ਪੁਆਇੰਟ ਹੈ। ਸੋ ਕੀ ਕਿਹਾ ਜਾਂਦਾ ਹੈ ਕਿ ਜਦੋਂ ਕੇਂਦਰ ਨੂੰ ਇੱਕ ਚਾਪ ਦੇ ਸਿਰਿਆਂ ਨਾਲ, ਜਦੋਂ ਕੇਂਦਰ, ਚੱਕਰ ਦਾ ਕੇਂਦਰ ਕੀ ਹੈ? O, ਚਾਪ ਕੀ ਹੈ? P ਤੇ Q ਇੱਕ ਚਾਪ ਹੈ। ਜਦੋਂ ਇਸ ਦੇ ਸਿਰਿਆਂ ਨਾਲ ਮਿਲਾਉਂਦੇ ਆ ਤਾਂ ਕੀ ਬਣਦਾ ਹੈ ਕਿ ਦੋ ਅਰਧਵਿਆਸੀ ਖੰਡ ਬਣ ਜਾਂਦੇ ਆ। ਇੱਕ ਲਘੂ ਅਰਧਵਿਆਸੀ ਖੰਡ ਬਣਦਾ, ਇੱਕ ਦੀਰਘ ਅਰਧਵਿਆਸੀ ਖੰਡ ਬਣਦਾ। ਇਹ ਵਾਲਾ ਪਾਰਟ ਕੀ ਹੈ? ਲਘੂ ਅਰਧਵਿਆਸੀ ਖੰਡ ਹੈ, ਠੀਕ ਹੈ। ਇਹ ਵਾਲਾ ਦੀਰਘ ਅਰਧਵਿਆਸੀ ਖੰਡ ਹੈ। ਕੀ ਹੈ ਇਹਦੇ ਵਿੱਚ? ਫਿਰ ਤੋਂ ਰਿਪੀਟ ਕਰ ਰਿਹਾ, ਕੇਂਦਰ ਨੂੰ ਇੱਕ ਚਾਪ ਦੇ ਸਿਰਿਆਂ ਨਾਲ, ਕੇਂਦਰ ਮਤਲਬ O ਪੁਆਇੰਟ, ਚਾਪ ਦੇ ਸਿਰੇ ਮਤਲਬ P ਤੇ Q ਜੋ ਚਾਪ ਦੇ ਸਿਰੇ ਆ, ਜਦੋਂ ਉਹਨਾਂ ਨਾਲ ਮਿਲਾਇਆ ਜਾਂਦਾ ਹੈ ਤਾਂ ਕੀ ਬਣਦਾ ਹੈ? ਅਰਧਵਿਆਸੀ ਖੰਡ ਬਣਦਾ ਹੈ। ਅਰਧਵਿਆਸੀ ਖੰਡ ਦੋ ਬਣਦੇ ਆ, ਇੱਕ ਲਘੂ ਬਣਦਾ ਹੈ ਔਰ ਇੱਕ ਦੀਰਘ ਬਣਦਾ ਹੈ, ਠੀਕ ਹੈ। ਇਸ ਨੂੰ ਆਪਾਂ ਅਰਧ ਚੱਕਰੀ ਖੇਤਰ ਵੀ ਕਹਿੰਦੇ ਆ, ਠੀਕ ਹੈ। ਸੈਮੀ ਸਰਕੂਲਰ ਰੀਜਨ ਵੀ ਕਹਿੰਦੇ ਆ। ਓਕੇ, ਸੋ ਇੱਥੋਂ ਤੱਕ ਬੇਸਿਕ ਤੁਹਾਡਾ ਕਲੀਅਰ ਹੋਣਾ ਜ਼ਰੂਰੀ ਆ। ਇਸ ਤੋਂ ਇਲਾਵਾ ਇੱਕ ਚੀਜ਼ ਨੂੰ ਹੋਰ ਨੋਟ ਕਰੋ, ਇੱਕ ਚੱਕਰ ਵਿੱਚ ਕੀ ਹੁੰਦਾ ਕਿ ਅਲੱਗ-ਅਲੱਗ ਜੀਵਾਵਾਂ ਨੂੰ ਖਿੱਚ ਸਕਦੇ ਹਾਂ, ਅਲੱਗ-ਅਲੱਗ ਆਪਾਂ ਕੋਡ ਖਿੱਚ ਸਕਦੇ ਹਾਂ ਇੱਕ ਚੱਕਰ ਦੇ ਵਿੱਚ। ਫੋਰ ਐਗਜ਼ਾਮਪਲ ਇਹ ਇੱਕ ਸਰਕਲ ਹੈ, ਠੀਕ ਹੈ। ਇਹ ਇੱਕ ਸਰਕਲ ਹੈ, ਇਹਦੇ ਵਿੱਚ ਕੀ ਹੈ? ਆਪਾਂ ਅਲੱਗ-ਅਲੱਗ ਜੀਵਾਂ ਖਿੱਚ ਸਕਦੇ ਹਾਂ, ਉਹਨਾਂ ਦੁਆਰਾ ਕੇਂਦਰ 'ਤੇ ਬਣਾਏ ਕੋਣ ਨੂੰ ਵੀ ਦੇਖ ਸਕਦੇ ਹਾਂ। ਜਿਹੜੀ ਜੀਵਾ ਕੀ ਹੋਏਗੀ? ਕੇਂਦਰ ਦੇ ਨਾਲ ਹੋਏਗੀ ਜਾਂ ਕੇਂਦਰ ਦੇ ਜਿੰਨਾ ਨੇੜੇ ਹੋਏਗੀ, ਉਹ ਜੀਵਾ ਕੀ ਹੋਏਗੀ? ਉਨਾ ਹੀ ਵੱਡਾ ਕੋਣ ਬਣਾਏਗੀ। ਕਿਵੇਂ ਓਨਾ ਵੱਡਾ ਕੋਣ ਬਣਾਏਗੀ? ਫੋਰ ਐਗਜ਼ਾਮਪਲ ਇਹ ਕੀ ਹੈ? ਚੱਕਰ ਦਾ ਕੇਂਦਰ ਹੈ, ਸਰਕਲ ਹੈ, ਮਿਡ ਪੁਆਇੰਟ ਹੈ, ਠੀਕ ਹੈ। ਜਿਹੜੀ ਜੀਵਾ, ਹੁਣ ਮੰਨ ਲਓ ਜਿਹੜੀ ਜੀਵਾ ਆ ਇੱਕ ਜੀਵਾ ਹੈ, ਇਹ P ਔਰ Q ਜੀਵਾ ਹੈ, ਇਹ ਚੱਕਰ ਦੇ ਸਰਕਲ ਤੋਂ ਦੂਰ ਹੈ ਤਾਂ ਇਹ ਕੀ ਹੈ? ਛੋਟਾ ਐਂਗਲ ਬਣਾਏਗੀ। ਜਿਹੜੀ ਜੀਵਾ ਸਰਕਲ ਦੇ ਜਿੰਨਾ ਨੇੜੇ ਹੁੰਦੀ ਜਾਏਗੀ ਉਨਾ ਵੱਡਾ ਕੀ ਹੈ? ਐਂਗਲ ਬਣਾਏਗੀ। ਹੁਣ ਇਹ ਵਾਲੀ ਕੀ ਹੈ? ਇੱਕ ਵਿਆਸ ਹੈ, ਬਿਲਕੁਲ ਚੱਕਰ ਦੇ ਸੈਂਟਰ ਦੇ ਵਿੱਚੋਂ ਲੰਘ ਰਹੀ ਹੈ, ਤਾਂ ਇਹ ਇਸ ਦਾ ਕੋਣ ਕੀ ਹੋਏਗਾ? ਜੋ ਇਸ ਦਾ ਐਂਗਲ ਹੋਏਗਾ ਉਹ ਇਸ ਐਂਗਲ ਤੋਂ ਕੀ ਹੋਏਗਾ? PQ ਐਂਗਲ ਤੋਂ ਕੀ ਹੋਏਗਾ? AB ਦਾ ਐਂਗਲ ਵੱਡਾ ਹੋਏਗਾ। ਸੋ ਆਪਾਂ ਇਸ ਨੂੰ ਲਿਖ ਲਾਂਗੇ, ਜਿਹੜੀ ਜੀਵਾ ਕੇਂਦਰ ਦੇ ਬਿਲਕੁਲ ਨੇੜੇ ਹੋਏਗੀ ਉਹ ਵੱਡਾ ਐਂਗਲ ਬਣਾਏਗੀ, ਠੀਕ ਹੈ। ਇੱਦਾਂ ਹੀ MN ਜੋ ਹੈ ਉਹ ਵੱਡਾ ਹੈ PQ ਤੋਂ, ਓਕੇ, ਕਿਉਂਕਿ MN ਜੋ ਹੈ PQ ਤੋਂ ਨੇੜੇ ਹੈ ਜ਼ਿਆਦਾ ਸਰਕਲ ਦੇ ਸੈਂਟਰ 'ਤੇ, ਠੀਕ ਹੈ। ਸੋ ਹੁਣ ਥਿਊਰਮਾਂ ਨੂੰ ਤੁਸੀਂ ਨੋਟ ਕਰਨਾ ਹੈ, ਓਕੇ। ਸੋ 1 ਬਾਈ 1 ਆਪਾਂ ਥਿਊਰਮਾਂ ਨੂੰ ਨੋਟ ਕਰਾਂਗੇ। ਇਹ ਚੈਪਟਰ ਜੋ ਹੈ 9th ਦੇ ਵਿੱਚ ਜਿੰਨੇ ਵੀ ਚੈਪਟਰ ਆ ਜਿਓਮੈਟਰੀ ਨੂੰ ਲੈ ਕੇ, ਬੇਸਿਕਲੀ ਉਹਨਾਂ ਦੇ ਵਿੱਚ ਥਿਊਰਮਸ ਨੇ ਉਹ, ਕਿਉਂਕਿ ਥਿਊਰਮ ਜੋ ਆ ਉਹ ਪੇਪਰ ਦੇ ਵਿੱਚ ਜੋ ਹੈ ਕਥਨ ਦੇ ਰੂਪ ਵਿੱਚ ਪੁੱਛੀ ਜਾ ਸਕਦੀ ਹੈ, ਇਸ ਲਈ ਥਿਊਰਮਾਂ ਨੂੰ ਨੋਟ ਕਰ ਲਓ। ਇੰਨੀਆਂ ਜ਼ਿਆਦਾ ਨਹੀਂ ਆ, ਹਰੇਕ ਚੈਪਟਰ ਦੇ ਵਿੱਚ 7-8 ਥਿਊਰਮਸ ਨੇ। ਤੁਸੀਂ ਨੋਟ ਕਰੋਗੇ ਤਾਂ ਈਜ਼ੀਲੀ ਯਾਦ ਰੱਖ ਲਓਗੇ, ਕਿਉਂਕਿ ਚੈਪਟਰ ਜੋ ਹੈ 16-17 15 ਦਿਨ ਪਏ ਆ ਅਜੇ ਪੇਪਰ ਤੋਂ ਪਹਿਲਾਂ 15 ਦਿਨਾਂ ਤੋਂ ਪਹਿਲਾਂ ਜਿੰਨੀ ਵਾਰੀ ਮਰਜ਼ੀ ਪੜ੍ਹ ਸਕਦੇ ਹੋ ਤੁਸੀਂ। ਪਹਿਲੀ ਥਿਊਰਮ ਹੈ, ਨੋਟ ਕਰ ਲੈਣਾ, ਮੈਂ ਬੋਲਾਂਗਾ ਇੱਕ ਲਾਈਨ ਦੀ ਥਿਊਰਮ ਹੈ ਸਿਰਫ। ਚੱਕਰ ਦੀਆਂ ਬਰਾਬਰ ਜੀਵਾਵਾਂ ਕੇਂਦਰ ਦੇ ਬਰਾਬਰ ਕੋਣ ਬਣਾਉਂਦੀਆਂ ਹਨ, ਇੰਨੀ ਕੁ ਥਿਊਰਮ ਹੈ ਬਸ। ਚੱਕਰ ਦੀਆਂ ਬਰਾਬਰ ਜੀਵਾਵਾਂ ਮਤਲਬ ਕੋਡਸ ਕੇਂਦਰ ਦੇ ਬਰਾਬਰ ਕੋਣ ਬਣਾਉਂਦੀਆਂ ਹਨ। ਕਿਵੇਂ ਬਣਾਉਂਦੀਆਂ ਨੇ?
ਨਾਲ ਫਿਗਰ ਡਰੋ ਕਰੋਗੇ ਤਾਂ ਸੌਖਾ ਯਾਦ ਰੱਖਣਾ ਹੋ ਜਾਏਗਾ ਤੁਹਾਨੂੰ। ਕੀ ਹੈ? ਚੱਕਰ ਦੀਆਂ ਬਰਾਬਰ ਜੀਵਾਵਾਂ। ਮੰਨ ਲਓ ਇਹ ਪੁਆਇੰਟ A ਹੈ, ਠੀਕ ਹੈ, ਇਹ ਪੁਆਇੰਟ D ਹੈ, ਇਹ ਪੁਆਇੰਟ O ਹੈ, ਮਿਡ ਪੁਆਇੰਟ। ਇਹ ਕੁਝ ਇਸ ਤਰ੍ਹਾਂ ਨੇ, ਠੀਕ ਹੈ। ਇਸ ਤੋਂ ਇਲਾਵਾ ਇਹ ਪੁਆਇੰਟ B ਹੈ ਔਰ ਇਹ ਪੁਆਇੰਟ ਕੀ ਹੈ? C ਹੈ। ਇਹਨੂੰ ਅਗਰ ਆਪਾਂ ਸੈਂਟਰ ਨਾਲ ਮਿਲਾ ਦਈਏ ਤਾਂ ਹੁਣ ਕੀ ਹੈ? ਆਪਣੇ ਕੋਲ ਐਂਗਲ ਬਣ ਰਿਹਾ। ਇੱਕ ਐਂਗਲ ਇਹ ਵਾਲਾ ਬਣ ਰਿਹਾ, ਇਹ ਵੀ ਬਣ ਰਿਹਾ, ਇਹ ਵੀ ਬਣ ਰਿਹਾ, ਠੀਕ ਹੈ। ਸੋ ਕੀ ਥਿਊਰਮ ਦੇ ਵਿੱਚ ਕਿਹਾ ਗਿਆ ਹੈ? ਚੱਕਰ ਦੀਆਂ ਬਰਾਬਰ ਜੀਵਾਵਾਂ ਕੇਂਦਰ ਤੇ ਬਰਾਬਰ ਕੋਣ ਬਣਾਉਂਦੀਆਂ ਨੇ। ਕੇਂਦਰ ਤੇ ਕਿਹੜਾ ਕੋਣ ਬਣ ਰਿਹਾ? ਕੇਂਦਰ ਤੇ ਤਾਂ ਆਹ ਵਾਲੇ ਹੀ ਕੋਣ ਬਣ ਰਹੇ ਆ, ਠੀਕ ਹੈ। ਸੋ ਥਿਊਰਮ ਦੇ ਅਕੋਰਡਿੰਗ ਆਪਾਂ ਦੇਖਦੇ ਹਾਂ, ਇੱਕ ਚੱਕਰ ਹੈ ਜਿਸ ਦਾ ਕੇਂਦਰ ਕੀ ਹੈ? O ਹੈ, ਠੀਕ ਹੈ, ਜਿਸ ਦਾ ਕੇਂਦਰ ਕੀ ਹੈ? O ਹੈ। ਦੋ ਬਰਾਬਰ ਜੀਵਾਵਾਂ, ਦੋ ਬਰਾਬਰ ਜੀਵਾਵਾਂ, ਕਿਉਂਕਿ ਚੱਕਰ ਦੀਆਂ ਬਰਾਬਰ ਜੀਵਾਵਾਂ ਥਿਊਰਮ ਦੇ ਵਿੱਚ ਆ ਰਿਹਾ, ਠੀਕ ਹੈ। ਦੋ ਬਰਾਬਰ ਜੀਵਾਵਾਂ ਕਿਹੜੀਆਂ ਨੇ? ਇੱਕ ਜੀਵਾ ਹੈ AB ਔਰ ਦੂਸਰੀ ਕਿਹੜੀ ਹੈ? CD, ਠੀਕ ਹੈ। ਇਹ ਕੀ ਹੈ? ਦੋ ਜੀਵਾਵਾਂ ਦਿੱਤੀਆਂ ਹੋਈਆਂ ਨੇ। ਸੋ ਇਹ ਐਂਗਲ ਕਿਹੜੇ ਬਣਾਉਣਗੀਆਂ? ਐਂਗਲ AOB ਇਜ਼ ਇਕੁਅਲ ਟੂ ਐਂਗਲ COD। ਇਹ ਕੀ ਹੈ? ਬਰਾਬਰ ਹੋਣਗੇ, ਠੀਕ ਹੈ। ਐਂਗਲ AOB ਕਿਹੜੀ ਟ੍ਰਾਇੰਗਲ ਬਣ ਰਹੀ ਹੈ? ਐਂਗਲ AOB, AOB, ਇਹ ਵਾਲਾ ਐਂਗਲ ਜੋ ਹੈ ਉਹ ਬਰਾਬਰ ਕਿਸ ਦੇ ਹੋਏਗਾ? ਦੂਸਰੀ ਡਰੋ ਕਰ ਰਹੇ ਹਾਂ, COD। COD ਕਿਹੜੀ ਹੈ? COD, ਇਹ ਵਾਲੀ। ਇਹ ਐਂਗਲ ਕੀ ਹੈ? ਬਰਾਬਰ ਹੋਏਗਾ, ਓਕੇ। ਸੋ ਇਹ ਹੈ ਫਰਸਟ ਥਿਊਰਮ। ਸੈਕਿੰਡ ਥਿਊਰਮ ਕੀ ਹੈ? ਜੇਕਰ ਇੱਕ ਚੱਕਰ ਦੀਆਂ ਜੀਵਾਵਾਂ, ਨੋਟ ਕਰਨਾ ਤੁਸੀਂ ਥਿਊਰਮ ਨੂੰ, ਜੇਕਰ ਇੱਕ ਚੱਕਰ ਦੀਆਂ ਜੀਵਾਵਾਂ ਦੁਆਰਾ ਕੇਂਦਰ ਉੱਤੇ ਬਣਾਏ ਕੋਣ ਬਰਾਬਰ ਹੋਣ ਤਾਂ ਉਹ ਜੀਵਾਵਾਂ ਬਰਾਬਰ ਹੁੰਦੀਆਂ ਹਨ, ਠੀਕ ਹੈ। ਇਹ ਜੋ ਹੈ ਥਿਊਰਮ 1 ਦਾ ਉਲਟ ਹੈ, ਠੀਕ ਹੈ। ਇਹ ਜੋ ਪਹਿਲੀ ਥਿਊਰਮ ਹੈ ਨਾ, ਚੱਕਰ ਦੀਆਂ ਬਰਾਬਰ ਜੀਵਾਵਾਂ ਕੇਂਦਰ ਦੇ ਬਰਾਬਰ ਕੋਣ ਬਣਾਉਂਦੀਆਂ ਨੇ, ਉੱਦਾਂ ਹੀ ਇਹ ਜੋ ਸੈਕਿੰਡ ਥਿਊਰਮ ਹੈ ਬਿਲਕੁਲ ਉਸ ਦੇ ਉਲਟ ਹੈ, ਠੀਕ ਹੈ। ਇਹਦੇ ਵਿੱਚ ਕੋਈ ਖਾਸ ਜਾਣਨ ਵਾਲੀ ਗੱਲ ਨਹੀਂ। ਜੋ ਆਪਾਂ ਪਹਿਲੀ ਕੰਡੀਸ਼ਨ ਦੇ ਵਿੱਚ ਪੂਰਾ ਕਰਕੇ ਡਰੋ ਕਰਕੇ ਦੇਖਿਆ ਉਹੀ ਹੈ ਇਹ। ਜੇਕਰ ਇੱਕ ਚੱਕਰ ਦੀਆਂ ਜੀਵਾਵਾਂ ਦੁਆਰਾ ਕੇਂਦਰ ਉੱਤੇ ਬਣਾਏ ਕੋਣ ਬਰਾਬਰ ਹੋਣ ਤਾਂ ਉਹ ਜੀਵਾਵਾਂ ਕੀ ਨੇ? ਬਰਾਬਰ ਹੋਣਗੀਆਂ। ਇਹ ਥਿਊਰਮ 1 ਦਾ ਉਲਟ ਹੈ, ਠੀਕ ਹੈ। ਤੀਸਰੀ ਜੋ ਥਿਊਰਮ ਹੈ ਉਹ ਨੋਟ ਕਰੋ। ਇੱਕ ਚੱਕਰ ਦੇ ਕੇਂਦਰ ਤੋਂ ਇੱਕ ਜੀਵਾ ਤੇ ਖਿੱਚਿਆ ਲੰਬ ਜੀਵਾ ਨੂੰ ਸਮਦੁਭਾਜਿਤ ਕਰਦਾ ਹੈ। ਇੱਕ ਚੱਕਰ ਦੇ ਕੇਂਦਰ ਤੋਂ, ਕੇਂਦਰ ਮਤਲਬ ਸਰਕਲ ਤੋਂ, ਇੱਕ ਜੀਵਾ ਤੇ, ਜੀਵਾ ਮਤਲਬ ਕੋੜ ਤੇ ਖਿੱਚਿਆ ਲੰਬ, ਲੰਬ ਮਤਲਬ ਪਰਪੈਂਡੀਕੂਲਰ, ਜੀਵਾ ਨੂੰ ਸਮਦੁਭਾਜਿਤ ਕਰਦਾ ਹੈ, ਮਤਲਬ ਦੋ ਬਰਾਬਰ ਭਾਗਾਂ ਵਿੱਚ ਵੰਡਦਾ ਹੈ। ਸੋ ਕਿਵੇਂ ਵੰਡਦਾ ਹੈ ਦੇਖ ਲੈਂਦੇ ਹਾਂ। ਕੀ ਕਿਹਾ ਗਿਆ? ਇੱਕ ਚੱਕਰ, ਚੱਕਰ ਨੂੰ ਡਰੋ ਕਰ ਲੈਂਦੇ ਹਾਂ ਪਹਿਲਾਂ। ਇੱਕ ਚੱਕਰ ਦੇ ਕੇਂਦਰ, ਕੇਂਦਰ ਮਤਲਬ ਮਿਡ ਪੁਆਇੰਟ O, ਚੱਕਰ ਦੇ ਕੇਂਦਰ ਤੋਂ ਇੱਕ ਜੀਵਾ, ਜੀਵਾ ਕੋਈ ਵੀ ਹੋ ਸਕਦੀ ਹੈ, AB, ਇਹ ਕੀ ਹੈ? ਇੱਕ ਜੀਵਾ ਹੈ, ਠੀਕ ਹੈ, ਇੱਕ ਕੋਡ ਹੈ ਤੇ ਖਿੱਚਿਆ ਲੰਬ, ਕੇਂਦਰ ਤੋਂ ਖਿੱਚਿਆ ਲੰਬ ਕੀ ਹੈ? ਇਸ ਨੂੰ ਜੀਵਾ ਨੂੰ ਸਮਦੁਭਾਜਿਤ ਕਰ ਰਿਹਾ, ਮਤਲਬ ਦੋ ਬਰਾਬਰ ਭਾਗਾਂ ਦੇ ਵਿੱਚ ਵੰਡ ਰਿਹਾ। ਜੇ ਜੀਵਾ ਦੀ ਲੰਬਾਈ 5 ਹੈ ਤਾਂ ਚੱਕਰ ਦੇ ਕੇਂਦਰ ਤੋਂ ਖਿੱਚਿਆ ਜੋ ਲੰਬ ਹੈ ਉਹ ਇਸ ਨੂੰ 2.5 ਤੇ ਕੀ ਹੈ? ਵੰਡੇਗਾ, ਓਕੇ। ਸੋ ਇਹ ਹੈ ਇਸ ਥਿਊਰਮ ਦੇ ਵਿੱਚ। ਫੋਰਥ ਥਿਊਰਮ ਹੈ ਜੋ ਬਿਲਕੁਲ ਥਰਡ ਥਿਊਰਮ ਦੇ ਉਲਟ ਹੈ, ਠੀਕ ਹੈ। ਸੋ ਤੁਸੀਂ ਈਜ਼ੀਲੀ ਯਾਦ ਰੱਖ ਸਕਦੇ ਹੋ। ਇੱਕ ਚੱਕਰ ਦੇ ਕੇਂਦਰ ਤੋਂ, ਨੋਟ ਕਰਨਾ, ਜਦੋਂ ਵੀ ਥਿਊਰਮ ਦਾ ਨਾਮ ਲਾਂਗਾ ਤੁਸੀਂ ਨੋਟ ਕਰਦੇ ਜਾਣਾ। ਇੱਕ ਚੱਕਰ ਦੇ ਕੇਂਦਰ ਤੋਂ ਇੱਕ ਜੀਵਾ ਨੂੰ ਸਮਦੁਭਾਜਿਤ ਕਰਨ ਲਈ ਖਿੱਚੀ ਗਈ ਰੇਖਾ ਜੀਵਾ ਉੱਤੇ ਲੰਬ ਹੁੰਦੀ ਹੈ। ਰਿਪੀਟ ਕਰ ਰਿਹਾ, ਇੱਕ ਚੱਕਰ ਦੇ ਕੇਂਦਰ ਤੋਂ ਇੱਕ ਜੀਵਾ ਨੂੰ ਸਮਦੁਭਾਜਿਤ ਕਰਨ ਲਈ ਖਿੱਚੀ ਗਈ ਰੇਖਾ ਜੀਵਾ ਉੱਤੇ ਲੰਬ ਹੁੰਦੀ ਹੈ। ਕਿਵੇਂ ਹੁੰਦੀ ਹੈ? ਡਰੋ ਕਰਕੇ ਦੇਖ ਲੈਂਦੇ ਹਾਂ। ਪਹਿਲਾਂ ਕੀ ਕਿਹਾ ਗਿਆ? ਇੱਕ ਚੱਕਰ, ਇੱਕ ਚੱਕਰ ਦੇ ਕੇਂਦਰ ਤੋਂ, ਕੇਂਦਰ ਮਤਲਬ O ਪੁਆਇੰਟ ਤੋਂ, ਠੀਕ ਹੈ, ਇੱਕ ਜੀਵਾ ਨੂੰ ਸਮਦੁਭਾਜਿਤ, ਇੱਕ ਜੀਵਾ ਖਿੱਚ ਲੈਂਦੇ ਹਾਂ, ਜੀਵਾ ਨੂੰ ਸਮਦੁਭਾਜਿਤ ਕਰਨ ਲਈ ਖਿੱਚੀ ਗਈ ਰੇਖਾ, ਜੀਵਾ ਨੂੰ ਸਮਦੁਭਾਜਿਤ ਮਤਲਬ ਦੋ ਬਰਾਬਰ ਭਾਗਾਂ ਵਿੱਚ ਵੰਡਣ ਲਈ ਖਿੱਚੀ ਗਈ ਰੇਖਾ
ਜੀਵਾ ਉੱਤੇ ਲੰਬ ਹੁੰਦੀ ਹੈ। ਠੀਕ ਹੈ, ਇਹੀ ਤਾਂ ਆਪਾਂ ਪ੍ਰੂਵ ਕੀਤਾ। ਓਕੇ, ਸੋ ਇਹ ਇੰਨਾ ਕੁ ਹੈ ਇਸ ਥਿਊਰਮ ਦੇ ਵਿੱਚ। ਹੁਣ ਗੱਲ ਕਰਦੇ ਹਾਂ 3 ਬਿੰਦੂਆਂ ਵਿੱਚੋਂ ਲੰਘਦਾ ਚੱਕਰ। ਇਹਦੇ ਵਿੱਚ ਆਪਾਂ ਨੂੰ ਇੱਕ ਚੀਜ਼ ਜੋ ਹੈ, ਆਪਾਂ ਇੱਕ ਪਿੱਛੇ ਚੈਪਟਰ ਕੀਤਾ ਹੈ ਰੇਖਾਵਾਂ ਅਤੇ ਕੋਣ। ਜੇਕਰ ਤੁਸੀਂ ਉਹ ਵੀਡੀਓ ਦੇਖੀ ਹੋਏਗੀ ਰੇਖਾਵਾਂ ਅਤੇ ਕੋਣ, ਤਾਂ ਉਹਦੇ ਵਿੱਚ ਆਪਾਂ ਇਹ ਡਿਸਕਸ ਕੀਤਾ ਸੀ ਕਿ ਇੱਕ ਰੇਖਾ ਨੂੰ ਨਿਰਧਾਰਿਤ ਕਰਨ ਲਈ 2 ਬਿੰਦੂ ਕਾਫੀ ਨੇ। ਇੱਕ ਰੇਖਾ ਨੂੰ ਨਿਰਧਾਰਿਤ ਕਰਨ ਲਈ 2 ਬਿੰਦੂ ਕਾਫੀ ਨੇ। ਫੋਰ ਐਗਜ਼ਾਮਪਲ, ਇਹ ਇੱਕ A ਬਿੰਦੂ ਹੈ, ਇਹ B ਬਿੰਦੂ ਹੈ। ਇਹ ਕੀ ਆ, ਇੱਕ ਰੇਖਾ ਨੂੰ ਨਿਰਧਾਰਿਤ ਕਰਨਗੇ। ਫੋਰ ਐਗਜ਼ਾਮਪਲ, ਜੇ ਬਿੰਦੂ ਇਸ ਤਰ੍ਹਾਂ ਹੁੰਦੇ ਤਾਂ ਇਹ ਵੀ ਕੀ ਹੈ, ਇੱਕ ਰੇਖਾ ਖਿੱਚੀ ਜਾ ਸਕਦੀ ਹੈ। ਸੋ ਇੱਕ ਰੇਖਾ ਖਿੱਚਣ ਲਈ ਆਪਾਂ ਨੂੰ 2 ਬਿੰਦੂ ਕਾਫੀ ਨੇ। ਠੀਕ ਹੈ, ਅਰਥਾਤ 2 ਬਿੰਦੂਆਂ ਵਿੱਚੋਂ ਹੋ ਕੇ ਗੁਜ਼ਰਨ ਵਾਲੀ ਇੱਕ ਅਤੇ ਸਿਰਫ ਇੱਕ ਰੇਖਾ ਹੁੰਦੀ ਹੈ। ਸੋ ਇੱਥੋਂ ਆਪਾਂ ਨੂੰ ਪਤਾ ਲੱਗ ਗਿਆ ਕਿ 2 ਬਿੰਦੂਆਂ ਵਿੱਚੋਂ ਸਿਰਫ ਇੱਕ ਰੇਖਾ ਹੀ ਖਿੱਚੀ ਜਾ ਸਕਦੀ ਹੈ। ਠੀਕ ਹੈ, ਇੱਕ ਬਿੰਦੂ ਦੇ ਵਿੱਚੋਂ ਜਿੰਨੀਆਂ ਮਰਜ਼ੀ ਰੇਖਾ ਖਿੱਚ ਲਓ। ਇੱਕ ਬਿੰਦੂ ਹੈ ਨਾ, ਜਿੰਨੀਆਂ ਮਰਜ਼ੀ ਰੇਖਾ ਖਿੱਚ ਲਓ। ਜੇ 2 ਬਿੰਦੂ ਆ ਤਾਂ ਸਿਰਫ ਇੱਕ ਰੇਖਾ ਹੀ ਖਿੱਚੀ ਜਾਏਗੀ। ਠੀਕ ਹੈ, ਹੁਣ ਆਪਾਂ ਗੱਲ ਕਰਦੇ ਹਾਂ ਚੱਕਰ ਦੀ, ਕਿਉਂਕਿ ਚੈਪਟਰ ਜੋ ਹੈ ਚੱਕਰ ਦੇ ਬੇਸ 'ਤੇ ਆ। ਇੱਕ ਚੱਕਰ ਨੂੰ ਬਣਾਉਣ ਲਈ ਕਿੰਨੇ ਬਿੰਦੂਆਂ ਦੀ ਲੋੜ ਹੈ? ਜੇਕਰ ਇਹ ਪ੍ਰਸ਼ਨ ਪੁੱਛਿਆ ਜਾਵੇ, ਇੱਕ ਚੱਕਰ ਨੂੰ ਬਣਾਉਣ ਲਈ ਕਿੰਨੇ ਬਿੰਦੂਆਂ ਦੀ ਲੋੜ ਹੈ? ਫੋਰ ਐਗਜ਼ਾਮਪਲ, ਆਪਾਂ ਇੱਕ ਬਿੰਦੂ ਲੈਂਦੇ ਹਾਂ, ਇਹ ਬਿੰਦੂ ਹੈ P। ਠੀਕ ਹੈ, ਇਹ ਬਿੰਦੂ ਹੈ P। ਹੁਣ ਆਪਾਂ ਦੇਖਦੇ ਹਾਂ ਚੱਕਰ ਖਿੱਚ ਕੇ। ਇੱਕ ਆਹ ਚੱਕਰ ਖਿੱਚ ਲਿਆ, ਇੱਦਾਂ ਹੀ ਇੱਕ ਆਹ ਚੱਕਰ ਖਿੱਚ ਲਿਆ, ਇੱਦਾਂ ਹੀ ਇੱਕ ਆਹ ਚੱਕਰ ਖਿੱਚ ਲਿਆ। ਇੱਥੋਂ ਆਪਾਂ ਨੂੰ ਕੀ ਪਤਾ ਲੱਗ ਰਿਹਾ ਕਿ ਇੱਕ ਬਿੰਦੂ ਤੋਂ ਕਿੰਨੇ ਮਰਜ਼ੀ ਚੱਕਰ ਖਿੱਚ ਲਓ। ਇੱਕ ਬਿੰਦੂ ਤੋਂ ਕਿੰਨੇ ਮਰਜ਼ੀ ਚੱਕਰ ਖਿੱਚੇ ਜਾ ਸਕਦੇ ਆ, ਜਿੰਨੇ ਮਰਜ਼ੀ ਚੱਕਰ ਖਿੱਚ ਲਓ। ਠੀਕ ਹੈ, ਸੋ 3 ਸਮਰੇਖੀ ਬਿੰਦੂਆਂ ਵਿੱਚੋਂ ਇੱਕ ਚੱਕਰ ਖਿੱਚ ਸਕਦੇ ਹੋ ਜਾਂ ਨਹੀਂ? ਜੇਕਰ 3 ਬਿੰਦੂ ਹੋਣ ਔਰ ਇੱਕੋ ਰੇਖਾ ਦੇ ਵਿੱਚ ਹੋਣ, ਮਤਲਬ ਸਮਰੇਖੀ ਹੋਣ, ਤਾਂ ਉਹਨਾਂ ਵਿੱਚੋਂ ਇੱਕ ਚੱਕਰ ਖਿੱਚ ਸਕਦੇ ਹੋ? ਨਹੀਂ ਖਿੱਚ ਸਕਦੇ। ਜੇਕਰ ਤੁਹਾਨੂੰ ਇਹ ਕੁਐਸਚਨ ਲਿਖਿਆ ਆ ਜਾਵੇ, ਕਥਨ ਲਿਖਿਆ ਆ ਜਾਵੇ ਕਿ 3 ਸਮਰੇਖੀ ਬਿੰਦੂਆਂ ਵਿੱਚੋਂ ਇੱਕ ਚੱਕਰ ਖਿੱਚਿਆ ਜਾ ਸਕਦਾ ਹੈ, ਤਾਂ ਉਹ ਕਥਨ ਰੋਂਗ ਹੋਏਗਾ। ਠੀਕ ਹੈ, ਸੋ ਕਿਵੇਂ ਖਿੱਚਿਆ ਜਾ ਸਕਦਾ ਹੈ? ਜੇਕਰ ਬਿੰਦੂ ਇੱਕ ਰੇਖਾ ਵਿੱਚ ਸਥਿਤ ਹੋਣ ਤਾਂ ਤੀਜਾ ਬਿੰਦੂ 2 ਬਿੰਦੂਆਂ ਵਿੱਚੋਂ ਹੋ ਕੇ ਜਾਣ ਵਾਲਾ ਇੱਕ ਚੱਕਰ ਜੋ ਹੈ ਅੰਦਰ ਤੋਂ ਬਾਹਰ ਹੋਣਾ ਚਾਹੀਦਾ। ਜੇਕਰ 2 ਬਿੰਦੂ ਤਾਂ ਇੱਕ ਰੇਖਾ ਦੇ ਵਿੱਚ ਹੋਣ, ਤੀਜਾ ਬਿੰਦੂ ਕਿਤੇ ਹੋਰ ਹੋਵੇ, ਤਾਂ ਫਿਰ ਆਪਾਂ ਇੱਕ ਕੀ ਹੈ ਚੱਕਰ ਖਿੱਚ ਸਕਦੇ ਹਾਂ। ਫੋਰ ਐਗਜ਼ਾਮਪਲ, 2 ਬਿੰਦੂ ਆਹ ਵਾਲੇ ਨੇ, ਇਹ A ਬਿੰਦੂ ਹੈ, ਇਹ B ਬਿੰਦੂ ਹੈ, ਇਹ ਵਾਲਾ C ਬਿੰਦੂ ਹੈ। ਇਹ ਕੀ ਹੈ, ਸਮਰੇਖੀ ਨਹੀਂ ਗੇ, ਫਿਰ ਕੀ ਆਪਾਂ ਇੱਕ ਚੱਕਰ ਖਿੱਚ ਸਕਦੇ ਹਾਂ। ਠੀਕ ਹੈ, ਇਹਨੂੰ ਆਪਾਂ ਮੰਨ ਲਾਂਗੇ ਵਿਆਸ, ਇਸ ਤਰ੍ਹਾਂ ਚੱਕਰ ਖਿੱਚ ਲਾਂਗੇ। ਓਕੇ, ਠੀਕ ਹੈ, ਸੋ ਸਮਰੇਖੀ ਜਦੋਂ ਹੋਣਗੇ, ਮਤਲਬ ਇੱਕੋ ਲਾਈਨ ਦੇ ਵਿੱਚ ਹੋਣਗੇ, ਤਾਂ ਚੱਕਰ ਨਹੀਂ ਖਿੱਚਿਆ ਜਾ ਸਕਦਾ। ਅਗਰ ਉਹਨੂੰ ਵਿਆਸ ਮੰਨ ਲਾਂਗੇ ਤਿੰਨੇ ਬਿੰਦੂਆਂ ਨੂੰ, ਫਿਰ ਤਾਂ ਆਪਾਂ ਚੱਕਰ ਖਿੱਚ ਲਾਂਗੇ, ਲੇਕਿਨ ਅਦਰਵਾਈਜ਼ ਨਹੀਂ ਖਿੱਚਿਆ ਜਾ ਸਕਦਾ। ਸੋ ਜੇਕਰ 3, ਇੱਥੋਂ ਕੀ ਥਿਊਰਮ ਨਿਕਲਦੀ ਹੈ? ਥਿਊਰਮ 5th ਹੈ, ਨੋਟ ਕਰਨਾ। 3 ਦਿੱਤੇ ਹੋਏ ਅਸਮਰੇਖੀ, 3 ਦਿੱਤੇ ਹੋਏ ਅਸਮਰੇਖੀ, 3 ਦਿੱਤੇ ਹੋਏ ਅਸਮਰੇਖੀ ਮਤਲਬ ਇੱਕੋ ਲਾਈਨ ਦੇ ਵਿੱਚ ਨਹੀਂ ਦਿੱਤੇ ਹੋਏ। 3 ਦਿੱਤੇ ਹੋਏ ਅਸਮਰੇਖੀ ਬਿੰਦੂਆਂ ਵਿੱਚੋਂ ਹੋ ਕੇ ਜਾਣ ਵਾਲਾ ਇੱਕ ਅਤੇ ਸਿਰਫ ਇੱਕ ਚੱਕਰ ਹੈ। ਠੀਕ ਹੈ, ਇੱਕ ਅਤੇ ਸਿਰਫ ਇੱਕ ਚੱਕਰ ਹੈ। ਠੀਕ ਹੈ, ਜੇਕਰ ਆਪਾਂ ਨੂੰ ਪਤਾ ਹੈ ਕਿ ABC ਇੱਕ ਤ੍ਰਿਭੁਜ ਹੋਵੇ, ਮੰਨ ਲਓ ਕਿ ਇੱਕ ਟ੍ਰਾਇੰਗਲ ਹੈ, ਇਸ ਦਾ ਨਾਮ ਹੈ AB ਔਰ C। ਠੀਕ ਹੈ, ਤਾਂ ਥਿਊਰਮ ਦੇ ਅਕੋਰਡਿੰਗ ਆਪਾਂ ਦੇਖਦੇ ਹਾਂ ਕਿ AB ਅਤੇ C ਵਿੱਚੋਂ ਹੋ ਕੇ ਜਾਣ ਵਾਲਾ ਇੱਕ ਵਿਲੱਖਣ ਚੱਕਰ ਖਿੱਚਿਆ ਜਾ ਸਕਦਾ ਹੈ। ਕੀ ਹੈ? ਇੱਕ ਵਿਲੱਖਣ ਚੱਕਰ ਜੋ ਹੈ ਖਿੱਚਿਆ ਜਾ ਸਕਦਾ ਹੈ। ਠੀਕ ਹੈ, ਇਸ ਚੱਕਰ ਨੂੰ ਆਪਾਂ ਕੀ ਕਹਾਂਗੇ? ਟ੍ਰਾਇੰਗਲ ABC ਦਾ ਪਰਿਚੱਕਰ। ਟ੍ਰਾਇੰਗਲ ABC ਦਾ ਪਰਿਚੱਕਰ ਕਹਾਂਗੇ। ਠੀਕ ਹੈ, ਇਸ ਨੂੰ ਕਹਾਂਗੇ ਟ੍ਰਾਇੰਗਲ ABC ਦਾ ਪਰਿਚੱਕਰ। ਇਸ ਦੇ ਕੇਂਦਰ ਅਤੇ ਅਰਧ ਵਿਆਸ ਨੂੰ ਕ੍ਰਮਵਾਰ ਆਪਾਂ ਕਹਾਂਗੇ ਤ੍ਰਿਭੁਜ ਦਾ ਪਰਿਕੇਂਦਰ ਅਤੇ ਤ੍ਰਿਭੁਜ ਦਾ ਅਰਧ ਵਿਆਸ। ਠੀਕ ਹੈ, ਓਕੇ, ਇਹ ਥਿਊਰਮ 5th ਹੈ। ਸੋ ਕੁਝ ਹੋਰ ਗੱਲਾਂ ਨੇ ਉਹ ਨੋਟ ਕਰਨਾ। ਫਿਰ 6th ਔਰ 7th ਜੋ ਹੈ ਥਿਊਰਮ ਉਹ ਦੇਖਾਂਗੇ। ਇੱਕ ਬਿੰਦੂ ਤੇ ਇੱਕ ਰੇਖਾ ਉੱਤੇ ਲੰਬ ਦੀ ਲੰਬਾਈ ਰੇਖਾ ਦੀ ਬਿੰਦੂ ਤੋਂ ਦੂਰੀ ਹੁੰਦੀ ਹੈ। ਕੀ ਹੈ ਇਹ ਨੋਟ ਕਰ ਲੈਣਾ ਅਗਰ ਤੁਸੀਂ ਕਰਨਾ ਚਾਹੁੰਦੇ ਹੋ ਤਾਂ। ਕਈ ਵਾਰੀ ਕਥਨ ਵਿੱਚ ਪੁੱਛ ਸਕਦਾ
मैं मेन पॉइंट जो है हैडलाइट किए हुए आ ਉਹੀ ਤੁਹਾਨੂੰ ਕਰਵਾ ਰਿਹਾ। ਕੀ ਹੈ, ਇੱਕ ਬਿੰਦੂ ਤੋਂ ਇੱਕ ਰੇਖਾ ਉੱਤੇ ਰੇਖਾ ਮੰਨ ਲਓ A ਔਰ B ਹੈ। ਇੱਕ ਬਿੰਦੂ ਮੰਨ ਲਓ A ਹੈ। ਇੱਕ ਬਿੰਦੂ ਤੋਂ ਇੱਕ ਰੇਖਾ ਉੱਤੇ ਲੰਬ ਦੀ ਲੰਬਾਈ ਆ ਲੰਬ ਹੈ, ਮਤਲਬ ਉਸ ਨੂੰ ਲੰਬ ਖਿੱਚਿਆ ਗਿਆ ਹੈ, 90 ਡਿਗਰੀ ਦਾ ਕੋਣ ਹੈ। ਠੀਕ ਹੈ, ਰੇਖਾ ਦੀ ਜੋ ਹੈ ਬਿੰਦੂ ਤੋਂ ਦੂਰੀ ਹੁੰਦੀ ਹੈ, ਇਹ ਜੋ ਹੈ ਦੂਰੀ ਹੈ। ਓਕੇ, ਸੋ ਜੇਕਰ ਬਿੰਦੂ ਰੇਖਾ ਉੱਤੇ ਸਥਿਤ ਹੈ ਤਾਂ ਰੇਖਾ ਦੀ ਇਸ ਤੋਂ ਦੂਰੀ 0 ਹੋਏਗੀ। ਜੇਕਰ ਬਿੰਦੂ ਜੋ ਹੈ ਰੇਖਾ ਦੇ ਉੱਤੇ ਸਥਿਤ ਹੈ, ਇਹ ਪੁਆਇੰਟ 0 ਹੈ, ਤਾਂ ਇਹ ਬਿੰਦੂ ਬਿਲਕੁਲ ਮਿਡ ਪੁਆਇੰਟ 'ਤੇ ਹੈ, ਤਾਂ ਇਹ ਦੂਰੀ ਕਿੰਨੀ ਹੋਏਗੀ? 0 ਹੋਏਗੀ। ਇੱਕ ਚੱਕਰ ਵਿੱਚ ਕੀ ਹੈ? ਅਸੀਮਿਤ ਜੀਵਾਵਾਂ ਹੋ ਸਕਦੀਆਂ। ਇਹ ਨੋਟ ਕਰ ਲਓ ਕਥਨ, ਇੱਕ ਚੱਕਰ, ਇੱਕ ਸਰਕਲ ਦੇ ਵਿੱਚ ਅਸੀਮਿਤ ਅਨਫਿਨਿਟੀ ਜੀਵਾਵਾਂ ਹੋ ਸਕਦੀਆਂ ਨੇ। ਅਨਫਿਨਿਟੀ ਕੋਡ ਹੋ ਸਕਦੀਆਂ ਨੇ। ਕੋਡ ਮਤਲਬ ਆਹ ਵਾਲੀਆਂ ਲਾਈਨਾਂ। ਠੀਕ ਹੈ, ਕਿੰਨੀਆਂ ਮਰਜ਼ੀ ਖਿੱਚ ਲਓ, ਇੱਕ ਚੱਕਰ ਦੇ ਵਿੱਚ ਅਸੀਮਿਤ ਹੋ ਸਕਦੀਆਂ ਨੇ ਇਹ। ਓਕੇ, ਜਿਹੜੀ ਲੰਬੀ ਜੀਵਾ ਹੋਏਗੀ ਛੋਟੀ ਜੀਵਾ ਦੇ ਤੁਲਨਾ ਦੇ ਵਿੱਚ ਕੇਂਦਰ ਦੇ ਨੇੜੇ ਹੋਵੇਗੀ। ਇਹ ਵੀ ਨੋਟ ਕਰ ਲਓ, ਚੱਕਰ ਦੇ ਵਿੱਚ ਜਿੰਨੀ ਲੰਬੀ ਜੀਵਾ ਹੋਏਗੀ ਉਹ ਚੱਕਰ ਦੇ ਕੇਂਦਰ ਤੋਂ ਉਨਾ ਨੇੜੇ ਹੋਏਗੀ। ਜਿੰਨੀ ਛੋਟੀ ਜੀਵਾ ਹੋਏਗੀ ਉਹ ਚੱਕਰ ਦੇ ਕੇਂਦਰ ਤੋਂ ਦੂਰ ਹੋਏਗੀ। ਮੰਨ ਲਓ ਇਹ ਲੰਬੀ ਜੀਵਾ ਹੈ, ਅਰਧ ਵਿਆਸ ਹੈ, ਤਾਂ ਇਹ ਚੱਕਰ ਦੇ ਕੇਂਦਰ ਦੇ ਨੇੜੇ ਹੈ। ਇਹ ਛੋਟੀ ਜੀਵਾ ਹੈ, ਇਹ ਚੱਕਰ ਦੇ ਕੇਂਦਰ ਤੋਂ ਦੂਰ ਹੈ। ਠੀਕ ਹੈ, ਸੋ ਇਹ ਪੁਆਇੰਟ ਨੋਟ ਕਰ ਲਓ। ਹੁਣ ਨੈਕਸਟ ਥਿਊਰਮ ਜੋ ਹੈ 6ਵੀਂ, ਉਹ ਨੋਟ ਕਰੋ। ਇੱਕ ਚੱਕਰ ਦੀਆਂ ਜਾਂ ਸਰਬੰਗ-ਸਮ ਚੱਕਰ ਦੀਆਂ ਬਰਾਬਰ ਜੀਵਾਵਾਂ ਕੇਂਦਰ ਤੋਂ ਜਾਂ ਕੇਂਦਰਾਂ ਤੋਂ ਸਮਾਨ ਦੂਰੀ 'ਤੇ ਹੁੰਦੀਆਂ ਹਨ। ਠੀਕ ਹੈ, ਇਹ ਨੋਟ ਕਰ ਲਓ। 7ਵਾਂ ਥਿਊਰਮ ਹੈ, ਇੱਕ ਚੱਕਰ ਦੇ ਕੇਂਦਰ ਤੋਂ ਸਮਾਨ ਦੂਰੀ 'ਤੇ ਸਥਿਤ ਜੀਵਾਵਾਂ ਲੰਬਾਈ ਵਿੱਚ ਸਮਾਨ ਹੁੰਦੀਆਂ ਹਨ। ਇੱਕ ਚੱਕਰ ਦੇ ਕੇਂਦਰ ਤੋਂ ਸਮਾਨ ਦੂਰੀ 'ਤੇ ਸਥਿਤ ਜੀਵਾਵਾਂ ਲੰਬਾਈ ਵਿੱਚ ਸਮਾਨ ਹੁੰਦੀਆਂ ਹਨ। ਕਿਵੇਂ? ਇੱਕ ਸਰਕਲ ਹੈ, ਇਸ ਦਾ ਪੁਆਇੰਟ O ਹੈ। ਕੀ ਕਿਹਾ ਗਿਆ ਹੈ? ਇੱਕ ਚੱਕਰ ਦੇ ਕੇਂਦਰ ਤੋਂ ਸਮਾਨ ਦੂਰੀ 'ਤੇ। ਮੰਨ ਲਓ ਇੱਥੋਂ ਲੈ ਕੇ ਇੰਨੀ ਦੂਰੀ ਜੋ ਹੈ ਉਹ 5 ਸੈਂਟੀਮੀਟਰ ਹੈ, ਔਰ ਇੱਧਰੋਂ ਵੀ ਇਹ ਦੂਰੀ ਜੋ ਹੈ 5 ਸੈਂਟੀਮੀਟਰ ਹੈ। ਸਮਾਨ ਦੂਰੀ 'ਤੇ ਹੋਣ ਤਾਂ ਸਥਿਤ ਜੀਵਾਵਾਂ ਦੀ ਲੰਬਾਈ ਕੀ ਹੈ? ਸਮਾਨ ਹੋਏਗੀ। ਇਹਨਾਂ ਦੀ ਲੰਬਾਈ ਜੋ ਹੈ, ਇਹ ਲੈਂਥ ਜੋ ਹੈ ਉਹ ਕੀ ਹੋਏਗੀ? ਬਰਾਬਰ ਹੋਏਗੀ। ਠੀਕ ਹੈ, ਇਹ ਥਿਊਰਮ ਦੇ ਵਿੱਚ ਕਿਹਾ ਗਿਆ 7th ਥਿਊਰਮ ਦੇ ਵਿੱਚ। ਹੁਣ ਕੀ ਹੈ ਆਪਾਂ ਡਿਸਕਸ ਕਰਾਂਗੇ, ਇੱਕ ਚੱਕਰ ਦੀ ਚਾਪ ਦੁਆਰਾ ਬਣਾਇਆ ਗਿਆ ਕੋਣ। ਨੋਟ ਕਰ ਲਓ, ਹੈਡਲਾਈਨ ਹੈ, ਇੱਕ ਚੱਕਰ ਦੀ ਚਾਪ ਦੁਆਰਾ ਬਣਾਇਆ ਕੋਣ। ਇੱਕ ਜੀਵਾ ਦੇ ਅੰਤ ਬਿੰਦੂ ਵਿਆਸ ਤੋਂ ਇਲਾਵਾ ਚੱਕਰ ਨੂੰ ਦੋ ਚਾਪਾਂ ਵਿੱਚ, ਇੱਕ ਦੀਰਘ ਚਾਪ ਅਤੇ ਲਘੂ ਚਾਪ ਵਿੱਚ ਵੰਡ ਸਕਦੇ ਹਾਂ। ਆਪਾਂ ਇਹ ਪਹਿਲਾਂ ਹੀ ਡਿਸਕਸ ਕਰ ਚੁੱਕੇ ਹਾਂ ਕਿ ਇੱਕ ਜੀਵਾ ਜੋ ਹੈ ਦੇ ਅੰਤ ਬਿੰਦੂ, ਇੱਕ ਜੀਵਾ ਹੈ PQ, ਇਸ ਦੇ ਅੰਤ ਬਿੰਦੂ ਆ। ਠੀਕ ਹੈ, ਇਹ ਕੀ ਹੈ? ਇੱਕ ਚਾਪ ਵੀ ਬਣਾ ਰਿਹਾ ਨਾ, ਇੱਕ ਆਰਕ ਵੀ ਬਣਾ ਰਿਹਾ। ਇਹ ਆਰਕ ਕੀ ਹੈ? ਚੱਕਰ ਨੂੰ ਦੋ ਚਾਪਾਂ ਦੇ ਵਿੱਚ ਵੰਡਦੀ ਹੈ। ਇੱਕ ਲਘੂ ਚਾਪ, ਇਹ ਵਾਲੀ ਜੋ ਹੈ ਲਘੂ ਚਾਪ ਬਣੇਗੀ। ਇਹ ਕੀ ਹੈ? ਲਘੂ ਚਾਪ ਹੈ, ਕਿਉਂਕਿ ਇਹ ਛੋਟੀ ਹੈ। ਦੂਸਰੀ ਕਿਹੜੀ ਹੈ? ਇਹ ਵਾਲੀ ਚਾਪ, ਇਹ ਕੀ ਹੈ? ਦੀਰਘ ਚਾਪ ਹੈ। ਸੋ ਦੋ ਚਾਪਾਂ ਦੇ ਵਿੱਚ ਵੰਡਦੀ ਹੈ ਇੱਕ ਜੀਵਾ ਦੇ ਦੋ ਅੰਤ ਬਿੰਦੂ ਜੋ ਹੋਣਗੇ ਜੀਵਾ ਦੇ, ਉਹ ਕੀ ਹੋਣਗੇ? ਚਾਪ ਬਣਾਉਣਗੇ, ਔਰ ਉਹ ਚਾਪ ਜੋ ਹੈ ਦੋ ਚੱਕਰ ਨੂੰ ਦੋ ਚਾਪਾਂ ਦੇ ਵਿੱਚ ਵੰਡੇਗੀ, ਇੱਕ ਲਘੂ ਚਾਪ, ਇੱਕ ਦੀਰਘ ਚਾਪ। ਠੀਕ ਹੈ, ਇਸ ਤੋਂ ਇਲਾਵਾ ਅੱਗੇ ਦੇਖਦੇ ਹਾਂ, ਬਰਾਬਰ ਜੀਵਾਵਾਂ ਜੋ ਹੋਣਗੀਆਂ ਉਹ ਸਰਬੰਗ-ਸਮ ਚਾਪਾਂ ਬਣਾਉਣਗੀਆਂ। ਜੋ ਬਰਾਬਰ ਕੋਡਸ ਹੋਣਗੀਆਂ ਉਹ ਸਰਬੰਗ-ਸਮ ਚਾਪਸ ਬਣਾਉਣਗੀਆਂ, ਆਰਕ ਬਣਾਉਣਗੀਆਂ। ਇਸ ਦਾ ਉਲਟ ਜੇ ਆਪਾਂ ਕਿਹਾ ਜਾਏ, ਸਰਬੰਗ-ਸਮ ਚਾਪ ਜੋ ਹੋਣਗੀਆਂ ਚੱਕਰ ਦੀਆਂ ਬਰਾਬਰ ਜੀਵਾਵਾਂ ਬਣਾਉਣਗੀਆਂ। ਇਹ ਨੋਟ ਕਰ ਲਓ। ਠੀਕ ਹੈ, ਮੈਂ ਡਰੋ ਕਰਕੇ ਦਿਖਾ ਦਿੰਦਾ। ਇੱਕ ਚੱਕਰ ਹੈ, ਕੀ ਕਿਹਾ ਗਿਆ ਹੈ? ਚੱਕਰ ਦੀਆਂ ਬਰਾਬਰ ਜੀਵਾਵਾਂ, ਇੱਕ ਇਹ ਜੀਵ ਹੈ, ਇੱਕ ਇਹ ਜੀਵ ਹੈ। ਇਸ ਦਾ ਨਾਮ ਹੈ D, ਇਸ ਦਾ ਨਾਮ ਹੈ C, ਇਸ ਦਾ ਨਾਮ ਹੈ A, ਇਸ ਦਾ ਨਾਮ ਹੈ B। ਇਹ ਕੀ ਹੈ? ਚੱਕਰ ਦੀਆਂ ਬਰਾਬਰ ਜੀਵਾਵਾਂ ਨੇ ਸਰਬੰਗ-ਸਮ ਚਾਪ ਬਣਾਉਣਗੀਆਂ, ਮਤਲਬ
ਸਰਬੰਗ ਸਮ ਚਾਪ ਚੱਕਰ ਦੀਆਂ ਬਰਾਬਰ ਜੀਵਾਵਾਂ ਕੀ ਹੋਣਗੀਆਂ ਬਣਾਉਂਦੀਆਂ ਹਨ। ਠੀਕ ਹੈ, ਇਹ ਇਸ ਦੇ ਵਿੱਚ ਕਿਹਾ ਗਿਆ। ਇਸ ਤੋਂ ਇਲਾਵਾ ਇਹ ਨੋਟ ਕਰ ਲੈਣਾ, ਜੇਕਰ ਕਿਸੇ ਚੱਕਰ ਦੀਆਂ ਦੋ ਜੀਵਾਵਾਂ ਬਰਾਬਰ ਹੋਣ, ਦੋ ਜੀਵਾਵਾਂ ਕਿਹੜੀਆਂ ਏ ਬੀ ਔਰ ਡੀ ਸੀ, ਇਹ ਕੀ ਹੋਣ ਬਰਾਬਰ ਹੋਣ, ਤਾਂ ਉਹਨਾਂ ਦੀਆਂ ਸੰਗਤ ਚਾਪਾਂ ਸਰਬੰਗ ਸਮ ਹੋਣਗੀਆਂ। ਮਤਲਬ ਉਹਨਾਂ ਦੀਆਂ ਸੰਗਤ ਚਾਪਾਂ ਜੋ ਹੋਣਗੀਆਂ ਉਹ ਕੀ ਹੋਣਗੀਆਂ ਸਰਬੰਗ ਸਮ ਹੋਣਗੀਆਂ, ਮਤਲਬ ਸੇਮ ਹੋਣਗੀਆਂ ਲਗਭਗ। ਠੀਕ ਹੈ, ਅਤੇ ਜੇਕਰ ਇਸ ਨੂੰ ਉਲਟ ਬੋਲਿਆ ਜਾਵੇ ਤਾਂ ਕੀ ਬੋਲ ਸਕਦੇ ਹਾਂ, ਉਹ ਵੀ ਨੋਟ ਕਰ ਲਓ। ਕਈ ਵਾਰੀ ਪਹਿਲੀ ਕੰਡੀਸ਼ਨ ਜੋ ਹੈ ਉਸ ਨੂੰ ਘੁਮਾ ਕੇ ਐਗਜ਼ਾਮੀਨਰ ਜੋ ਹੁੰਦਾ ਹੈ ਉਹ ਦੂਸਰੀ ਕੰਡੀਸ਼ਨ ਦੇ ਵਿੱਚ ਉਸ ਕਥਨ ਨੂੰ ਲਿਖਦਾ। ਸੋ ਇਹ ਸੇਮ ਚੀਜ਼ ਹੈ, ਉਲਟ ਕਰਕੇ ਆਪਾਂ ਕਿਵੇਂ ਲਿਖ ਸਕਦੇ ਹਾਂ ਇਸ ਨੂੰ, ਜੇਕਰ ਦੋ ਚਾਪਾਂ ਸਰਬੰਗ ਸਮ ਹੋਣ ਤਾਂ ਉਹਨਾਂ ਦੇ ਸੰਗਤ ਜੀਵਾਵਾਂ ਬਰਾਬਰ ਹੁੰਦੀਆਂ ਹਨ। ਠੀਕ ਹੈ, ਹੁਣ ਆਪਾਂ ਗੱਲ ਕਰਦੇ ਹਾਂ, ਇੱਕ ਸਰਕਲ ਹੈ, ਤੁਸੀਂ ਨੋਟ ਕਰਦੇ ਜਾਣਾ ਸਿਰਫ, ਇਹ ਪੁਆਇੰਟ O ਹੈ। ਅਗਰ ਤੁਸੀਂ ਜਿਓਮੈਟਰੀ ਦੇ ਚੈਪਟਰ ਨੋਟ ਨਹੀਂ ਕਰੋਗੇ ਤਾਂ ਥੋੜ੍ਹੇ ਹੀ ਟਾਈਮ ਦੇ ਵਿੱਚ ਇਸ ਨੂੰ ਭੁੱਲ ਜਾਓਗੇ। ਠੀਕ ਹੈ, ਇਸ ਤਰ੍ਹਾਂ ਦਾ ਇੱਕ ਸਰਕਲ ਕੀ ਹੈ ਡਰੋ ਕੀਤਾ ਗਿਆ, ਕੀ ਹੈ ਚਾਪ ਦੁਆਰਾ ਕੇਂਦਰ ਤੇ ਬਣਿਆ ਕੋਣ ਵੀ ਸੰਗਤ ਜੀਵਾ ਦੁਆਰਾ ਕੇਂਦਰ ਤੇ ਬਣਾਏ, ਅਤੇ ਇਸ ਕੋਣ ਤੋਂ ਕੀ ਹੁੰਦਾ ਕਿ ਲਘੂ ਚਾਪ ਕੋਣ ਕਹਾਉਂਦੀ ਹੈ ਤੇ ਇੱਕ ਦੀਰਘ ਚਾਪ ਪ੍ਰਵਿਰਤੀ ਕੋਣ ਕਹਾਉਂਦੀ ਹੈ। ਕੀ ਕਿਹਾ ਗਿਆ ਇਹਦੇ ਵਿੱਚ, ਕੀ ਹੈ ਇੱਕ ਚਾਪ ਦੁਆਰਾ ਕੋਣ, ਇੱਕ ਚਾਪ ਕੀ ਹੈ ਪੀ ਕਿਊ ਇੱਕ ਚਾਪ ਹੈ, ਪੀ ਕਿਊ ਇੱਕ ਚਾਪ ਹੈ। ਇਸ ਚਾਪ ਦੇ ਦੁਆਰਾ ਜਦੋਂ ਆਪਾਂ ਇਸ ਚਾਪ ਦੇ ਪੁਆਇੰਟ ਨੂੰ ਸੈਂਟਰ ਨਾਲ ਮੈਚ ਕਰਦੇ ਹਾਂ ਤਾਂ ਕੀ ਹੈ ਦੋ ਐਂਗਲ ਬਣਦੇ ਆ। ਕਿੰਨੇ ਐਂਗਲ ਬਣਦੇ ਆ, ਦੋ ਐਂਗਲ ਬਣਦੇ ਆ। ਇੱਕ ਇਹ ਵਾਲਾ ਐਂਗਲ ਬਣ ਰਿਹਾ, ਦੂਸਰਾ ਐਂਗਲ ਇਹ ਵਾਲਾ ਬਣ ਰਿਹਾ। ਸੋ ਇੱਕ ਐਂਗਲ ਜੋ ਹੈ ਉਹ ਲਘੂ ਐਂਗਲ ਹੈ, ਮਤਲਬ ਇੱਕ ਛੋਟਾ ਐਂਗਲ ਹੈ। ਇਹ ਵਾਲਾ ਐਂਗਲ ਜੋ ਹੈ, ਇਹ ਵਾਲਾ ਐਂਗਲ ਇਹ ਦੀਰਘ ਐਂਗਲ ਹੈ। ਠੀਕ ਹੈ, ਇਸ ਨੂੰ ਆਪਾਂ ਕੀ ਕਹਿੰਦੇ ਆ, ਜੋ ਛੋਟਾ ਐਂਗਲ ਹੈ ਉਹ ਲਘੂ ਚਾਪ ਕੋਣ ਕਹਾਉਂਦਾ ਹੈ, ਲਘੂ ਚਾਪ ਕੋਣ ਕਹਾਉਂਦਾ ਹੈ। ਇਸ ਨੂੰ ਆਪਾਂ ਕੀ ਕਹਿੰਦੇ ਆ, ਜੋ ਵੱਡਾ ਕੋਣ ਹੈ ਉਸ ਨੂੰ ਦੀਰਘ ਚਾਪ ਪ੍ਰਤੀਵਰਤੀ ਕੋਣ, ਦੀਰਘ ਚਾਪ ਪ੍ਰਤੀਵਰਤੀ ਕੋਣ ਕਹਾਉਂਦਾ ਹੈ। ਠੀਕ ਹੈ, ਪ੍ਰਤੀਵਰਤੀ ਕੋਣ ਕਹਾਉਂਦਾ ਹੈ। ਠੀਕ ਹੈ, ਸੋ ਕੀ ਹੈ ਇਸ ਤੋਂ ਆਪਾਂ ਕਥਨ ਕੀ ਬਣ ਰਿਹਾ ਕਿ ਜਦੋਂ ਇੱਕ ਚਾਪ ਦੇ ਦੋ ਐਂਡ ਬਿੰਦੂਆਂ ਨੂੰ ਚੱਕਰ ਦੇ ਸਰਕਲ ਦੇ ਬਿੰਦੂਆਂ ਨਾਲ ਮਿਲਾਇਆ ਜਾਂਦਾ ਹੈ ਤਾਂ ਦੋ ਕੋਣ ਬਣਦੇ ਨੇ, ਇੱਕ ਲਘੂ ਕੋਣ ਬਣਦਾ ਹੈ, ਇੱਕ ਦੀਰਘ ਕੋਣ ਬਣਦਾ ਹੈ। ਲਘੂ ਕੋਣ ਨੂੰ ਆਪਾਂ ਕਹਿੰਦੇ ਹਾਂ ਲਘੂ ਚਾਪ ਕੋਣ, ਤੇ ਦੀਰਘ ਕੋਣ ਨੂੰ ਕਹਿੰਦੇ ਹਾਂ ਦੀਰਘ ਪ੍ਰਤੀਵਰਤੀ ਕੋਣ। ਠੀਕ ਹੈ, ਸੋ ਕਥਨ ਹੈ ਨੋਟ ਕਰ ਲਿਓ, ਕਿਸੇ ਚੱਕਰ ਦੀਆਂ ਸਰਬੰਗ ਸਮ ਚਾਪਾਂ ਜਾਂ ਬਰਾਬਰ ਚਾਪਾਂ, ਸਰਬੰਗ ਸਮ ਦਾ ਮਤਲਬ ਹੈ ਬਰਾਬਰ, ਇਕੁਅਲ ਹੋਣਾ। ਕਿਸੇ ਚੱਕਰ ਦੀਆਂ ਸਰਬੰਗ ਸਮ ਚਾਪਾਂ ਜਾਂ ਬਰਾਬਰ ਚਾਪਾਂ ਕੇਂਦਰ ਉੱਤੇ ਬਰਾਬਰ ਕੋਣ ਬਣਾਉਂਦੀਆਂ ਹਨ, ਕੇਂਦਰ ਉੱਤੇ ਬਰਾਬਰ ਕੋਣ ਬਣਾਉਂਦੀਆਂ ਹਨ। ਇਸ ਲਈ ਆਪਾਂ ਕਹਿ ਸਕਦੇ ਹਾਂ ਕਿਸੇ ਚੱਕਰ ਦੀ ਜੀਵਾ ਦੁਆਰਾ ਬਣਾਏ ਕੋਣ, ਕਿਸੇ ਚੱਕਰ ਦੀ ਜੀਵਾ ਦੁਆਰਾ ਕੇਂਦਰ ਤੇ ਬਣਾਇਆ ਕੋਣ, ਮਤਲਬ ਜੋ ਲਘੂ ਕੋਣ ਹੈ ਚਾਪ ਦੁਆਰਾ ਕੇਂਦਰ ਤੇ ਬਣਾਏ ਕੋਣ ਦੇ ਬਰਾਬਰ ਹੁੰਦਾ। ਠੀਕ ਹੈ, 8ਵੀਂ ਥਿਊਰਮ ਹੈ, ਮੋਸਟ ਇੰਪੋਰਟੈਂਟ ਥਿਊਰਮ ਹੈ, ਇਸ ਨੂੰ ਨੋਟ ਕਰ ਲੈਣਾ। ਇਸ ਦੇ ਉੱਪਰ ਕੁਐਸਚਨ ਜੋ ਹੈ ਉਹ ਕਾਫੀ ਸਾਰੇ ਬਣਦੇ ਆ। ਕੀ ਹੈ, ਇੱਕ ਚਾਪ ਦੁਆਰਾ ਕੇਂਦਰ ਉੱਤੇ ਬਣਾਇਆ ਕੋਣ, ਇੱਕ ਚਾਪ ਦੁਆਰਾ ਕੇਂਦਰ ਉੱਤੇ ਬਣਾਇਆ ਕੋਣ ਚੱਕਰ ਦੇ ਬਾਕੀ ਹਿੱਸੇ, ਮਤਲਬ ਚੱਕਰ ਦੇ ਬਾਕੀ ਭਾਗ ਦੇ ਕਿਸੇ ਬਿੰਦੂ ਉੱਤੇ ਬਣਾਏ ਕੋਣ ਤੋਂ ਦੁੱਗਣਾ ਹੁੰਦਾ ਹੈ, ਬਣਾਏ ਕੋਣ ਤੋਂ ਦੁੱਗਣਾ ਹੁੰਦਾ ਹੈ। ਰਿਪੀਟ ਕਰ ਰਿਹਾ, ਇੱਕ ਚਾਪ ਦੁਆਰਾ ਕੇਂਦਰ ਉੱਤੇ ਬਣਾਇਆ ਕੋਣ ਚੱਕਰ ਦੇ ਬਾਕੀ ਹਿੱਸੇ ਦੇ ਕਿਸੇ ਬਿੰਦੂ ਉੱਤੇ ਬਣਾਏ ਕੋਣ ਤੋਂ ਦੁੱਗਣਾ ਹੁੰਦਾ ਹੈ। ਕਿਵੇਂ ਦੁੱਗਣਾ ਹੁੰਦਾ ਹੈ, ਡਰੋ ਕਰ ਲੈਂਦੇ ਹਾਂ, ਪਹਿਲਾਂ ਫਿਗਰ ਪੂਰੀ ਡਰੋ ਕਰ ਦਿੰਦਾ, ਫਿਰ ਦੱਸਾਂਗਾ ਕਿਵੇਂ ਕੀ ਹੈ। ਇਹ ਬਣ ਰਿਹਾ, ਇਹ ਚੱਕਰ ਦਾ ਮਿਡ ਪੁਆਇੰਟ ਹੈ, ਇਹ ਪੁਆਇੰਟ ਹੈ P, ਇਹ ਹੈ Q, ਇਹ ਕੀ ਹੈ ਇੱਕ ਚਾਪ ਹੈ। ਠੀਕ ਹੈ, ਸੋ
ਕੀ ਕਿਹਾ ਗਿਆ ਥਿਊਰਮ ਦੇ ਵਿੱਚ, ਇੱਕ ਚਾਪ ਦੁਆਰਾ ਕੇਂਦਰ ਉੱਤੇ ਬਣਾਇਆ ਕੋਣ। ਇੱਕ ਚਾਪ ਦੁਆਰਾ ਕੇਂਦਰ ਉੱਤੇ ਬਣਾਇਆ ਕੋਣ। ਚਾਪ ਕੀ ਹੈ ਇਹਦੇ ਵਿੱਚ, ਚਾਪ ਜੋ ਹੈ ਪੀ ਕਿਊ, ਕੇਂਦਰ ਉੱਤੇ ਬਣਾਇਆ ਕੋਣ। ਕੇਂਦਰ ਕੀ ਹੈ, ਉਹ ਹੈ, ਇਹ ਉਹ ਕੀ ਹੈ, ਕੇਂਦਰ ਹੈ। ਠੀਕ ਹੈ, ਕੇਂਦਰ ਉੱਤੇ ਕਿਹੜਾ ਕੋਣ ਬਣ ਰਿਹਾ ਹੈ, ਪੀ ਓ ਕਿਊ ਚੱਕਰ ਦੇ ਬਾਕੀ ਹਿੱਸੇ ਦੇ ਕਿਸੇ ਬਿੰਦੂ, ਇਹ ਪੁਆਇੰਟ ਮੰਨ ਲਓ ਏ ਹੈ, ਬਾਕੀ ਹਿੱਸੇ ਤੇ ਏ ਤੇ ਬਿੰਦੂ ਤੇ ਕੋਣ ਬਣਿਆ ਹੈ, ਤਾਂ ਇਹ ਕੋਣ ਕੀ ਹੈ, ਪੀ ਏ ਕਿਊ ਹੈ। ਕਿਹੜਾ ਐਂਗਲ ਹੈ, ਪੀ ਏ ਕਿਊ। ਠੀਕ ਹੈ, ਸੋ ਇਹ ਕੋਣ ਕੀ ਹੋਏਗਾ, ਦੁੱਗਣਾ ਹੋਏਗਾ। ਪੀ ਓ ਕਿਊ ਇਜ਼ ਇਕੁਅਲ ਟੂ 2 PA ਕਿਊ। ਓਕੇ, ਇਹ ਕੀ ਹੋਏਗਾ, ਦੁੱਗਣਾ ਹੋਏਗਾ। ਓਕੇ, ਇਹ ਇਸ ਦੇ ਵਿੱਚ ਹੈ। ਇਸ ਤੋਂ ਇਲਾਵਾ 9ਵੀਂ ਥਿਊਰਮ ਹੈ, ਉਸ ਨੂੰ ਨੋਟ ਕਰ ਲਓ। ਇੱਕ ਹੀ ਚੱਕਰ ਦੇ ਕੋਣ ਬਰਾਬਰ ਹੁੰਦੇ ਹਨ। ਇੱਕ ਹੀ ਚੱਕਰਖੰਡ ਦੇ ਕੋਣ ਬਰਾਬਰ ਹੁੰਦੇ ਹਨ। ਠੀਕ ਹੈ, ਸਿਰਫ ਇਸ ਨੂੰ ਨੋਟ ਕਰਨਾ ਹੈ, ਇੱਕ ਹੀ ਚੱਕਰਖੰਡ ਦੇ ਕੋਣ ਬਰਾਬਰ ਹੁੰਦੇ ਹਨ। ਮੈਂ ਡਰੋ ਕਰਕੇ ਦਿਖਾ ਦਿੰਦਾ। ਇਹ ਚੱਕਰ ਹੈ, ਇਹ ਦਾ ਪੁਆਇੰਟ ਹੈ O। ਠੀਕ ਹੈ, ਇਹ P ਹੈ, ਇਹ ਪੁਆਇੰਟ Q ਹੈ। ਠੀਕ ਹੈ, ਸੋ ਇਹ ਪੁਆਇੰਟ A ਹੈ ਜੋ Q ਨਾਲ ਮੈਚ ਕਰ ਰਿਹਾ ਇੱਥੇ। ਇੱਦਾਂ ਹੀ ਇੱਕ ਪੁਆਇੰਟ C ਹੈ ਜਾਂ B ਮੰਨ ਲਓ, ਇਹ ਐਂਗਲ ਇਸ ਤਰ੍ਹਾਂ ਬਣਾ ਰਿਹਾ। ਓਕੇ, Q ਨਾਲ ਮੈਚ ਹੋ ਕੇ ਕਿਹੜੇ ਕਿਹੜੇ ਐਂਗਲ ਬਣ ਰਹੇ ਆ, ਇੱਕ ਇਹ ਵਾਲਾ, ਇੱਕ ਇਹ ਵਾਲਾ। ਠੀਕ ਹੈ, ਸੋ ਇੱਕ ਹੀ ਚੱਕਰਖੰਡ ਦੇ ਕੋਣ ਕੀ ਹੋਣਗੇ, ਬਰਾਬਰ ਹੋਣਗੇ। ਇਸ ਤੋਂ ਇਲਾਵਾ ਅਰਧ ਚੱਕਰ ਦਾ ਕੋਣ ਸਮਕੋਣ ਹੁੰਦਾ ਹੈ। ਇਹ ਵੀ ਨੋਟ ਕਰ ਲਓ, ਅਰਧ ਚੱਕਰ ਦਾ ਕੋਣ ਸਮਕੋਣ ਹੁੰਦਾ ਹੈ। ਠੀਕ ਹੈ, 10ਵੀਂ ਥਿਊਰਮ ਹੈ, ਜੇਕਰ ਦੋ ਬਿੰਦੂਆਂ ਨੂੰ ਮਿਲਾਉਣ ਵਾਲਾ ਰੇਖਾਖੰਡ ਆਪਣੇ ਇੱਕ ਹੀ ਪਾਸੇ ਸਥਿਤ ਦੋ ਹੋਰ ਬਿੰਦੂਆਂ 'ਤੇ ਸਮਾਨ ਕੋਣ ਬਣਾਉਂਦਾ ਹੈ, ਤਾਂ ਚਾਰੇ ਬਿੰਦੂ ਇੱਕ ਹੀ ਚੱਕਰ 'ਤੇ ਸਥਿਤ ਹੁੰਦੇ ਹਨ, ਅਰਥਾਤ ਇਹ ਚੱਕਰੀ ਹੁੰਦੇ ਹਨ। ਠੀਕ ਹੈ, ਇਸ ਨੂੰ ਨੋਟ ਕਰ ਲਓ, ਮੈਂ ਡਰੋ ਕਰਕੇ ਦਿਖਾਉਣਾ। ਰਿਪੀਟ ਕਰ ਦਿੰਦਾ ਇੱਕ ਵਾਰੀ, ਜੇਕਰ ਦੋ ਬਿੰਦੂਆਂ ਨੂੰ ਮਿਲਾਉਣ ਵਾਲਾ ਰੇਖਾਖੰਡ ਆਪਣੇ ਇੱਕ ਹੀ ਪਾਸੇ ਸਥਿਤ ਦੋ ਹੋਰ ਬਿੰਦੂਆਂ 'ਤੇ ਸਮਾਨ ਕੋਣ ਬਣਾਉਂਦਾ ਹੈ, ਤਾਂ ਚਾਰੇ ਬਿੰਦੂ ਇੱਕ ਹੀ ਚੱਕਰ 'ਤੇ ਸਥਿਤ ਹੁੰਦੇ ਹਨ, ਅਰਥਾਤ ਇਹ ਚੱਕਰੀ ਹੁੰਦੇ ਹਨ। ਕਿਵੇਂ ਆ, ਇੱਕ ਚੱਕਰ ਹੈ। ਠੀਕ ਹੈ, ਇਹ ਪੁਆਇੰਟ A ਹੈ, ਇਹ ਪੁਆਇੰਟ B ਹੈ। ਠੀਕ ਹੈ, ਇਹ ਕੀ ਕਰ ਰਿਹਾ, ਐਂਗਲ ਬਣਾ ਰਿਹਾ। ਇੱਥੇ ਇੱਕ C ਐਂਗਲ ਬਣ ਰਿਹਾ, ਇਹ ਐਂਗਲ ਜੋ ਹੈ C ਹੈ। ਠੀਕ ਹੈ, ਇਸ ਤੋਂ ਇਲਾਵਾ ਇੱਕ ਐਂਗਲ ਜੋ ਹੈ ਇੱਥੇ D ਬਣ ਰਿਹਾ, ਇਹ ਐਂਗਲ ਕੀ ਹੈ, D ਬਣ ਰਿਹਾ। ਸੋ ਕੀ ਕਿਹਾ ਗਿਆ ਹੈ ਥਿਊਰਮ ਦੇ ਵਿੱਚ, ਜੇਕਰ ਦੋ ਬਿੰਦੂਆਂ ਨੂੰ ਮਿਲਾਉਣ ਵਾਲਾ ਰੇਖਾਖੰਡ, ਦੋ ਬਿੰਦੂ ਕਿਹੜੇ ਕਿਹੜੇ ਆ, A ਔਰ B। A B ਕੀ ਹੈ, ਇੱਕ ਰੇਖਾਖੰਡ ਹੈ, ਦੋ ਬਿੰਦੂਆਂ ਨੂੰ ਮਿਲਾ ਰਿਹਾ ਨਾ। ਦੋ ਬਿੰਦੂਆਂ ਨੂੰ ਮਿਲਾਉਣ ਵਾਲਾ ਰੇਖਾਖੰਡ ਆਪਣੇ ਇੱਕ ਹੀ ਪਾਸੇ ਸਥਿਤ ਦੋ ਹੋਰ ਬਿੰਦੂਆਂ 'ਤੇ ਸਮਾਨ ਕੋਣ ਬਣਾਉਂਦਾ ਹੈ, ਇੱਕ ਹੀ ਪਾਸੇ 'ਤੇ ਸਥਿਤ। ਇਹਦਾ ਪਾਸਾ ਕਿਹੜਾ ਹੈ, A ਵਾਲਾ, A ਦਾ ਪਾਸਾ। B ਦਾ ਪਾਸਾ ਕਿਹੜਾ ਹੈ, D ਵਾਲਾ। ਠੀਕ ਹੈ, ਦੋ ਬਿੰਦੂਆਂ 'ਤੇ ਸਥਿਤ ਕੀ ਹੈ, ਸਮਾਨ ਕੋਣ ਬਣਾਉਂਦੇ ਹਨ, ਤਾਂ ਚਾਰੇ ਬਿੰਦੂ ਇੱਕ ਹੀ ਚੱਕਰ 'ਤੇ ਸਥਿਤ ਹੁੰਦੇ ਹਨ। ਚਾਰੇ ਬਿੰਦੂ ਇੱਕ ਹੀ ਚੱਕਰ 'ਤੇ ਸਥਿਤ ਨੇ, ਇਹ ਵੀ ਔਰ ਇਹ ਵੀ। ਇੱਦਾਂ ਹੀ ਇਹ ਵੀ ਔਰ ਇਹ ਵੀ। A B C ਔਰ D ਚਾਰੇ ਕੀ ਆ, ਚੱਕਰ 'ਤੇ ਸਥਿਤ ਬਿੰਦੂ ਆ। ਠੀਕ ਹੈ, ਇਸ ਤੋਂ ਆਪਾਂ ਕੀ ਪ੍ਰੂਵ ਕਰ ਸਕਦੇ ਹਾਂ, ਇਸ ਤੋਂ ਇਲਾਵਾ ਜੋ ਐਂਗਲ ACB ਹੈ, ਜੋ ਐਂਗਲ ACB ਹੈ, ਇਹ ਵਾਲਾ ਐਂਗਲ, ਇਹ ਵਾਲਾ, ਇਹ ਕੀ ਆ, ਇਕੁਅਲ ਹੈ ਐਂਗਲ ADB ਦੇ, ਐਂਗਲ ADB ਦੇ। ADB ਕਿਹੜਾ ਐਂਗਲ ਹੈ, ਇਹ ਵਾਲਾ। ਠੀਕ ਹੈ, ਇਹ ਵਾਲਾ ਇਕੁਅਲ ਹੋਣਗੇ।
सो हुण एक चीज़ होर नोट करो, इनके उपर की है काफ़ी सारे क्वेश्चन जो होणगे पार्ट 2 दे विच होणगे। चक्री चतुर्भुज, चक्री चतुर्भुज हैडलाइन दे लेना है, एक चतुर्भुज ए बी सी डी, एक चतुर्भुज ए बी सी डी चक्री चतुर्भुज कहाउंदा है जेकर ये चारे शिखर एक चक्कर ते स्थित होण। नोट कर लेना, चक्री चतुर्भुज कदों बनता है कि जदों चक्कर दे जदों चतुर्भुज दे चारे बिंदु एक ही चक्कर दे शिखर ते होण तो वह की होएगा, चक्री चतुर्भुज होएगा। मैं रिपीट कर देना, एक चतुर्भुज ए बी सी डी चक्री चतुर्भुज कहाउंदा है जेकर ये चारों शिखर एक चक्कर उत्ते स्थित होण। बना के दिखा देना, ये एक चक्कर है, ठीक है, ए पॉइंट ए है, ए पॉइंट बी है और ए पॉइंट सी है, ए पॉइंट डी है। ये की है एक चक्री चतुर्भुज है, ठीक है। सो इस दे चारे जो शिखर आ वो चक्कर दे उपर स्थित आ, ठीक है। सो ये की है एक चक्री चतुर्भुज है। सो थ्योरम 11 है, वो नोट कर लो। चक्री चतुर्भुज दे सन्मुख कोणां दा जोड़ 180 डिग्री हुंदा है। चक्री चतुर्भुज दे सन्मुख कोणां दा जोड़ 180 डिग्री हुंदा है। थ्योरम 12 बिल्कुल इस दे उल्ट है। थ्योरम 12 बिल्कुल इस दे उल्ट है। जेकर किसी चतुर्भुज दे सन्मुख कोणां दा जोड़ 180 डिग्री होवे तां चतुर्भुज चक्री हुंदी है, तां चतुर्भुज चक्री हुंदी है। रिपीट कर रहा, जेकर किसी चतुर्भुज दे सन्मुख कोणां दा जोड़ 180 डिग्री होवे 180 डिग्री होवे तां चतुर्भुज चक्री हुंदी है। सो आपां दो क्वेश्चन करते हैं इस दे विच जो इंपोर्टेंट आ। पहला क्वेश्चन है, एक जो है ए बी सी डी एक चक्री चतुर्भुज है। मैं ड्रॉ कर लेना पहला फिगर, फिर क्वेश्चन जो है वो बोलांगा। ए बी सी और डी की है, क्वेश्चन बोल के अपन नाल दी नाल ड्रॉ करते हैं ताकि तुहानू समझ भी आए। एक ए बी सी डी एक चक्री चतुर्भुज है, ठीक है। आपां एक चक्री चतुर्भुज खिंच ली जिस दे पॉइंट ने ए बी सी और डी, ठीक है। ये की है एक चक्री चतुर्भुज आ, इस दे चारे पॉइंट चक्कर दे नाल की है मैच कर रहे हैं, जिस विच ए सी अते बी डी विकर्ण हैं। ए सी अते बी डी की ने विकर्ण ने। जेकर दिता होया आपां नू डी बी सी इज़ इक्वल टू 55 डिग्री है तां अते बी ए सी 45 डिग्री है तां पता करो बी सी डी, ये पता करना है, ठीक है। क्वेश्चन की है, मैं रिपीट कर लेना। एक ए बी सी डी एक चक्री चतुर्भुज है जिस विच ए सी अते बी डी विकर्ण हैं। जेकर एंगल डी बी सी 55 डिग्री है अते एंगल बी ए सी 45 डिग्री है तां बी सी डी एंगल पता करो। सो किवें पता करते हैं, आपां नू किहड़े किहड़े एंगल दिते हुए आ। एंगल बी दिता होया है, ए वाला एंगल, ये कितना है 55 डिग्री। इस तो इलावा एंगल ए दिता होया, ये कितना है 45 डिग्री, ठीक है। आपां किहड़ा एंगल पता करना है, सी एंगल, ओके। ए वाला एंगल आपां पता करना है। सो पता करते हैं। आपां नू ये पता है कि एंगल सी ए डी इज़ इक्वल टू एंगल डी बी सी, क्योंकि पिछे ही थ्योरम दे विच मैं लिखाया ना, एक चक्कर खंड दे कोण ने, ठीक है। सो इसलिए आपां नू की पता लग गया, एंगल डी ए बी इज़ इक्वल टू सी ए डी प्लस बी ए सी, ठीक है। सो आपां हुण इत्थे वैल्यू पुट कर दिंदे आ। सी ए डी की वैल्यू कितनी है 55 डिग्री दी हुई है ना, ओके, क्योंकि सी ए डी बी सी दे इक्वल है, ओके। इस तो इलावा बी ए सी की वैल्यू कितनी है 45 डिग्री। सो ये मिल के किन्ने हो गए 100 डिग्री, कितना हो गया 100 डिग्री, ओके।
ਸੋ ਹੁਣ ਕੀ ਹੈ, ਚੱਕਰੀ ਚਤੁਰਭੁਜ ਦੇ ਸਨਮੁਖ ਕੋਣਾਂ ਦੀ ਆਪਾਂ ਥਿਊਰਮ ਹੁਣੇ ਹੀ ਪੜ੍ਹੀ ਹੈ ਕਿ ਉਹ ਕਿੰਦੇ ਇਕੁਅਲ ਹੋਣਗੇ 180 ਡਿਗਰੀ ਦੇ। ਐਂਗਲ DAB ਪਲੱਸ ਐਂਗਲ BCD ਕਿੰਦੇ ਇਕੁਅਲ ਹੋਣਗੇ 180 ਡਿਗਰੀ ਦੇ। ਜੇਕਰ ਤੁਸੀਂ ਫਿਗਰ ਨੂੰ ਫਿਰ ਤੋਂ ਦੇਖੋਗੇ, A B C D ਇਹ ਡਾਇਗਨਲ ਨੇ। ਓਕੇ, ਇਹਦੇ ਵਿੱਚ ਸਨਮੁਖ ਕੋਣ ਕਿਹੜੇ ਕਿਹੜੇ ਆ? A ਦਾ ਸਨਮੁਖ ਕੋਣ C ਹੈ। A ਦਾ ਸਨਮੁਖ ਕੋਣ ਕਿਹੜਾ? C ਹੈ। ਸੋ ਇਹ ਕੀ ਹੋਣਗੇ? 180 ਡਿਗਰੀ ਦੇ ਹੋਣਗੇ। ਐਵੇਂ B ਦਾ ਸਨਮੁਖ ਕੋਣ D ਹੈ। ਓਕੇ, ਸੋ ਆਪਾਂ ਨੂੰ ਪਤਾ ਕਰਨ ਨੂੰ ਕਿਹੜਾ ਕਿਹਾ ਗਿਆ? ਆਪਾਂ ਤਾਂ ਉਹੀ ਲੈ ਕੇ ਚੱਲਾਂਗੇ ਨਾ। ਆਪਾਂ ਨੂੰ ਪਤਾ ਕਰਨ ਨੂੰ ਕਿਹਾ ਗਿਆ BCD। ਸੋ ਆਪਾਂ ਪਤਾ ਕਰਦੇ ਹਾਂ DAB ਆਪਾਂ ਪਤਾ ਕਰ ਲਿਆ। ਸੋ DAB ਕਿੰਨਾ ਹੈ? 100 ਹੈ ਨਾ। ਸੋ 180 ਡਿਗਰੀ ਮਾਈਨਸ 100, DAB ਦੀ ਵੈਲਿਊ 100 ਪੁੱਟ ਕਰੀ ਅਤੇ ਇਸ ਨੂੰ ਇੱਧਰ ਲੈ ਗਈ ਤਾਂ ਮਾਈਨਸ ਦਾ ਹੋ ਗਿਆ। ਸੋ BCD ਦੀ ਵੈਲਿਊ ਕਿੰਨੀ ਆ ਗਈ? 80 ਡਿਗਰੀ। ਕਿੰਨੀ ਆ ਗਈ? 80 ਡਿਗਰੀ। ਇਹ ਇਸ ਦਾ ਆਨਸਰ ਹੈ। ਠੀਕ ਹੈ, ਇੱਕ ਹੋਰ ਕੁਐਸਚਨ ਹੈ, ਉਹ ਕਰਦੇ ਹਾਂ। ਦੋ ਚੱਕਰ ਦੋ ਬਿੰਦੂਆਂ A ਅਤੇ B 'ਤੇ ਕੱਟਦੇ ਹਨ। ਕੁਐਸਚਨ ਹੈ, ਦੋ ਚੱਕਰ ਦੋ ਬਿੰਦੂਆਂ A ਅਤੇ B 'ਤੇ ਕੱਟਦੇ ਹਨ। ਦੋ ਚੱਕਰ ਨੇ, ਇੱਕ A ਵਾਲਾ ਚੱਕਰ ਹੈ, ਦੋ ਬਿੰਦੂਆਂ 'ਤੇ ਕੱਟ ਰਿਹਾ। ਇੱਕ A ਪੁਆਇੰਟ 'ਤੇ ਕੱਟ ਰਿਹਾ, ਇੱਕ B ਪੁਆਇੰਟ 'ਤੇ ਕੱਟ ਰਿਹਾ। ਠੀਕ ਹੈ, ਦੋ ਚੱਕਰ ਨੇ, ਦੋ ਬਿੰਦੂਆਂ A ਅਤੇ B 'ਤੇ ਕੱਟਦੇ ਹਨ। AD ਅਤੇ AC ਦੋਨੋਂ ਚੱਕਰਾਂ ਦੇ ਵਿਆਸ ਹਨ। AD ਅਤੇ AC, AD ਹੈ ਔਰ AC ਇਹ ਕੀ ਨੇ? ਚੱਕਰਾਂ ਦੇ ਵਿਆਸ ਨੇ, ਦੋਨਾਂ ਚੱਕਰਾਂ ਦੇ। ਠੀਕ ਹੈ, ਇਹ ਚੱਕਰਾਂ ਦੇ ਵਿਆਸ ਹਨ। ਸਿੱਧ ਕਰੋ ਕਿ B ਰੇਖਾਖੰਡ B ਵਾਲਾ ਰੇਖਾਖੰਡ DC ਉੱਤੇ ਸਥਿਤ ਹੈ। DC ਦੇ ਉੱਤੇ ਸਥਿਤ ਹੈ। B ਵਾਲਾ ਰੇਖਾਖੰਡ ਕੀ ਹੈ? DC ਉੱਤੇ ਸਥਿਤ ਹੈ। ਇਹ ਸਿੱਧ ਕਰਨਾ ਹੈ। ਸੋ ਵੈਸੇ ਤਾਂ ਸਿੱਧ ਕਰਨ ਵਾਲਾ ਕੁਐਸਚਨ ਆਏਗਾ ਨਹੀਂ, ਲੇਕਿਨ ਫਿਰ ਵੀ ਦੱਸ ਰਿਹਾ ਮੈਂ। ਐਂਗਲ ABD ਆਪਾਂ ਨੂੰ ਪਤਾ ਹੈ 90 ਡਿਗਰੀ ਹੈ, ਕਿਉਂਕਿ ਮੈਂ ਪਿੱਛੇ ਹੀ ਇੱਕ ਥਿਊਰਮ ਲਿਖਾਈ ਸੀ ਕਿ ਅਰਧ ਚੱਕਰ ਦੇ ਕੋਣ ਜੋ ਹੋਣਗੇ ਉਹ 90 ਡਿਗਰੀ ਦੇ ਹੋਣਗੇ। ਅਰਧ ਚੱਕਰ ਦਾ ਕੋਣ ਸਮਕੋਣ ਹੁੰਦਾ ਹੈ। ਅਰਧ ਚੱਕਰ ਦਾ ਕੋਣ ਸਮਕੋਣ ਹੁੰਦਾ ਹੈ। ਇੱਦਾਂ ਹੀ ਐਂਗਲ ABC ਉਹ ਵੀ ਕੀ ਹੋਏਗਾ? 90 ਡਿਗਰੀ। ਕਿੰਨਾ ਹੋਏਗਾ? 90 ਡਿਗਰੀ। ਇਹ ਵੀ ਕੀ ਹੈ? ਅਰਧ ਚੱਕਰ ਦਾ ਕੋਣ ਹੈ। ਓਕੇ, ਸੋ ਇੱਥੋਂ ਆਪਾਂ ਨੂੰ ਕੀ ਪਤਾ ਲੱਗ ਗਿਆ? ਐਂਗਲ ABD ਪਲੱਸ ਐਂਗਲ ABC 90 ਡਿਗਰੀ ਪਲੱਸ 90 ਡਿਗਰੀ ਇਜ਼ ਇਕੁਅਲ ਟੂ 180 ਡਿਗਰੀ। ਠੀਕ ਹੈ, ਇੱਥੋਂ ਆਪਾਂ ਨੂੰ ਪਤਾ ਲੱਗਦਾ ਹੈ ਕਿ ਜੋ DBC ਹੈ, ਇੱਕ ਰੇਖਾ ਹੈ, ਉਸ ਦੇ ਉੱਪਰ ਕੀ ਹੈ? B ਬਿੰਦੂ ਸਥਿਤ ਹੈ, ਕਿਉਂਕਿ ਐਂਗਲ ਕੀ ਹੈ? 180 ਡਿਗਰੀ ਬਣ ਰਿਹਾ। ਇਹ ਐਂਗਲ ਕਿੰਨਾ ਹੈ? 180 ਡਿਗਰੀ। ਸੋ ਇਹ ਕੀ ਹੈ? B ਰੇਖਾਖੰਡ DC ਦੇ ਉੱਪਰ ਸਥਿਤ ਹੈ। ਓਕੇ, ਸੋ ਚੱਕਰ ਜੋ ਚੈਪਟਰ ਹੈ ਇੱਥੇ ਹੀ ਖ਼ਤਮ ਹੁੰਦਾ ਹੈ। ਓਕੇ, ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਨਵਾਂ ਚੈਪਟਰ ਲੈ ਕੇ। ਸੋ ਤਦ ਤੱਕ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ, ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰੋ, ਔਰ ਆਪਣੇ ਰਿਵਿਊ ਜੋ ਹੈ ਉਹ ਕਮੈਂਟ ਬਾਕਸ ਦੇ ਵਿੱਚ ਦੇਣਾ ਨਾ ਭੁੱਲਿਓ।